क्यों भरोसा करता है तू गैरों पर? चलना है तुम्हें खुद के पैरों पर। चल उठ दौड़ भाग, तेरी किस्मत बदलेगी। आज नहीं तो कल तुझे तेरी मंजिल मिलेगी, तुझे तेरी मंजिल मिलेगी। नमस्कार प्यारे ਬੱਚਿਓ, ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਐਗਜ਼ਾਮ ਪ੍ਰੈਪਰੇਸ਼ਨ ਦੇ। ਸਭ ਤੋਂ ਪਹਿਲਾਂ ਸਾਰੇ ਬੱਚਿਆਂ ਨੂੰ ਬੈਸਟ ਆਫ ਲੱਕ। ਅੱਜ ਤੁਹਾਡਾ ਜਿਹੜਾ +2 ਇਕਨੋਮਿਕਸ ਦਾ ਜਿਹੜਾ ਪੇਪਰ ਕੰਡਕਟ ਹੋਣ ਜਾ ਰਿਹਾ ਹੈ, ਤਾਂ ਇਸ ਲਈ ਮੇਰੇ ਵੱਲੋਂ ਸਾਰੇ ਹੀ ਬੱਚਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਤੇ ਉਮੀਦ ਕਰਦਾ ਕਿ ਸਾਰੇ ਬੱਚਿਆਂ ਦਾ ਅੱਜ ਦਾ ਪੇਪਰ ਬਹੁਤ ਵਧੀਆ ਜਾਏਗਾ। ਹਾਂਜੀ, ਇਹ ਆਪਣਾ ਆਖਰੀ ਕੋਸ਼ਿਸ਼ ਹੈ ਸ਼ਾਂਤੀ ਗੈਸ ਪੇਪਰ, ਠੀਕ ਹੈ ਜੀ। ਇਹ ਤੁਹਾਡੇ ਵਿੱਚੋਂ ਹੀ ਕਿਸੇ ਬੱਚੇ ਨੇ ਮੈਨੂੰ ਭੇਜਿਆ ਅਤੇ ਇਹਦੇ ਵਿੱਚ 144 ਇੱਕ ਨੰਬਰ ਦੇ ਸਵਾਲ ਹੈ, ਠੀਕ ਹੈ ਜੀ। ਮੀਡੀਅਮ ਇੰਗਲਿਸ਼ ਹੈ, ਪਰ ਮੈਂ ਪੰਜਾਬੀ ਦੇ ਵਿੱਚ ਇਹਦੀ ਵਿਆਖਿਆ ਕਰਦਾ ਜਾਵਾਂਗਾ ਅਤੇ ਕਿਸੇ ਵੀ ਬੱਚੇ ਨੇ ਘਬਰਾਉਣਾ ਨਹੀਂ, ਠੀਕ ਹੈ। ਧਿਆਨ ਨਾਲ ਇਸ ਵੀਡੀਓ ਨੂੰ ਦੇਖਣਾ ਹੈ। ਹਾਂਜੀ, ਚਲਦੇ ਹਾਂ ਜੀ ਅੱਜ ਦੇ ਆਪਣੇ ਇਸ ਵੀਡੀਓ 'ਤੇ। ਹਾਂਜੀ, ਪਹਿਲਾ ਸਵਾਲ ਹੈ ਆਪਣੇ ਕੋਲ, ਮੈਕਰੋ ਇਕਨੋਮਿਕਸ ਇਜ਼ ਦੀ ਸਟੱਡੀ ਆਫ। ਸਮਸ਼ਟੀ ਅਰਥਸ਼ਾਸਤਰ ਕਿਸ ਦੀ ਵਿਆਖਿਆ ਕਰਦਾ ਹੈ, ਕਿਸ ਦਾ ਅਧਿਐਨ ਕਰਦਾ ਹੈ? ਇਹਦਾ ਰਾਈਟ ਆਂਸਰ ਹੈ ਦੀ ਹੋਲ ਇਕੋਨਮੀ, ਸੰਪੂਰਨ ਅਰਥ ਵਿਵਸਥਾ ਦਾ। ਦੂਸਰਾ ਸਵਾਲ ਹੈ, ਹੂ ਇਜ਼ ਕੰਸੀਡਰਡ ਟੂ ਬੀ ਫਾਦਰ ਆਫ ਮਾਡਰਨ ਮੈਕਰੋ ਇਕਨੋਮਿਕਸ। ਕਿਸ ਨੂੰ ਆਧੁਨਿਕ ਸਮਸ਼ਟੀ ਅਰਥਸ਼ਾਸਤਰ ਦਾ ਪਿਤਾਮਾ ਕਿਹਾ ਜਾਂਦਾ ਹੈ? ਇਸ ਸਵਾਲ ਦਾ ਰਾਈਟ ਆਂਸਰ ਹੈ ਆਪਸ਼ਨ ਨੰਬਰ ਏ, J.M. ਕੇਨਜ਼। ਤੀਸਰਾ ਸਵਾਲ ਹੈ, ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਆ ਕਲਾਸੀਕਲ ਇਕਨੋਮਿਸਟ। ਇਹਨਾਂ ਵਿੱਚੋਂ ਕਿਹੜਾ ਪਰੰਪਰਾਵਾਦੀ ਅਰਥਸ਼ਾਸਤਰੀ ਨਹੀਂ ਹੈ? ਹਾਂਜੀ, ਇਸ ਸਵਾਲ ਦਾ ਰਾਈਟ ਆਂਸਰ ਹੈ ਆਪਸ਼ਨ ਨੰਬਰ ਸੀ, ਕੇਨਜ਼। ਸਵਾਲ ਨੰਬਰ 4, ਦੀ ਬੁੱਕ ਦੀ ਜਰਨਲ ਥਿਊਰੀ ਆਫ ਇੰਪਲਾਇਮੈਂਟ ਇੰਟਰਸਟ ਐਂਡ ਮਨੀ ਇਜ਼ ਰਿਟਨ ਬਾਈ। ਠੀਕ ਹੈ ਜੀ, ਰੋਜ਼ਗਾਰ, ਵਿਆਜ ਅਤੇ ਮੁਦਰਾ ਦਾ ਸਧਾਰਨ ਸਿਧਾਂਤ। ਇਹ ਕਿਤਾਬ ਕਿਸ ਦੀ ਲਿਖੀ ਹੋਈ ਹੈ? ਇਸ ਸਵਾਲ ਦਾ ਰਾਈਟ ਆਂਸਰ ਹੈ ਆਪਸ਼ਨ ਨੰਬਰ ਸੀ, J.M. ਕੇਨਜ਼। ਸਵਾਲ ਨੰਬਰ 5, ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਆ ਮੈਕਰੋ ਇਕਨੋਮਿਕਸ ਵੈਰੀਏਬਲ। ਇਹਨਾਂ ਵਿੱਚ ਦੱਸਣਾ ਹੈ ਕਿਹੜਾ ਸਮਸ਼ਟੀ ਅਰਥਸ਼ਾਸਤਰ ਦਾ ਚਰ ਨਹੀਂ ਹੈ। ਹਾਂਜੀ, ਨੈਸ਼ਨਲ ਇਨਕਮ ਇਹ ਵੀ ਹੈ। ਇੰਡੀਵਿਜੂਅਲ ਡਿਮਾਂਡ, ਵਿਅਕਤੀਗਤ ਮੰਗ, ਠੀਕ ਹੈ ਜੀ। ਇਹ ਵਿਅਸ਼ਟੀ ਅਰਥਸ਼ਾਸਤਰ ਮਾਈਕਰੋ ਇਕਨੋਮਿਕਸ ਦਾ ਵੈਰੀਏਬਲ ਹੈ। ਇਸ ਸਵਾਲ ਦਾ ਰਾਈਟ ਆਂਸਰ ਹੋਏਗਾ ਆਪਸ਼ਨ ਨੰਬਰ ਸੀ। ਕੁੱਲ ਮੰਗ, ਕੁੱਲ ਪੂਰਤੀ, ਇਹ ਵੀ ਦੋਨੋਂ ਜਿਹੜੇ ਹੈਗੇ ਆ ਸਮਸ਼ਟੀ ਅਰਥਸ਼ਾਸਤਰ ਦੇ ਚਰ ਹਨ। ਸਵਾਲ ਨੰਬਰ 6, ਬ੍ਰਾਂਚ ਆਫ ਇਕਨੋਮਿਕਸ ਵਿਚ ਸਟੱਡੀਜ਼ ਇਕਨੋਮਿਕਸ ਪ੍ਰੋਬਲਮ ਐਟ ਦੀ ਲੈਵਲ ਆਫ ਐਨ ਇੰਡੀਵਿਜੂਅਲ ਇਜ਼ ਕਾਲਡ। ਅਰਥਸ਼ਾਸਤਰ ਦੀ ਉਹ ਸ਼ਾਖਾ ਜਿਹੜੀ ਆਰਥਿਕ ਸਮੱਸਿਆਵਾਂ ਦਾ ਅਧਿਐਨ ਵਿਅਕਤੀਗਤ ਪੱਧਰ 'ਤੇ ਕਰਦੀ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ? ਉਸ ਨੂੰ ਕਹਾਂਗੇ ਮਾਈਕਰੋ ਇਕਨੋਮਿਕਸ। ਆਪਸ਼ਨ ਨੰਬਰ ਬੀ, ਵਿਅਸ਼ਟੀ ਅਰਥਸ਼ਾਸਤਰ। ਸਵਾਲ ਨੰਬਰ 7, ਕਲਾਸੀਕਲ ਸਕੂਲ ਆਫ ਥੋਟ ਐਡਵੋਕੇਟ ਡੈਸ਼ ਪੀਰੀਅਡ। ਗੱਲ ਹੋ ਰਹੀ ਹੈ ਪਰੰਪਰਾਵਾਦੀ ਵਿਚਾਰਧਾਰਾ ਦੀ, ਕਿਸ ਚੀਜ਼ ਦੀ ਵਕਾਲਤ ਕਰਦੀ ਹੈ, ਕਿਸ ਸਮੇਂ ਦੀ ਵਕਾਲਤ ਕਰਦੀ ਹੈ? ਹਾਂਜੀ, ਉਹ ਕਰਦੀ ਹੈ ਲੌਂਗ ਪੀਰੀਅਡ ਦੀ। ਆਪਸ਼ਨ ਨੰਬਰ ਏ ਇਸ ਸਵਾਲ ਦਾ ਰਾਈਟ ਆਂਸਰ ਹੋਏਗਾ। ਜੇ ਆ ਜਾਂਦਾ ਕੇਂਜੀਅਨ ਸਕੂਲ ਆਫ ਥੋਟ ਤਾਂ ਫਿਰ ਹੋਣਾ ਸੀਗਾ ਸ਼ਾਰਟ ਪੀਰੀਅਡ, ਥੋੜ੍ਹਾ ਸਮਾਂ, ਅਲਪਕਾਲ ਸਮਾਂ। ਸਵਾਲ ਨੰਬਰ 8, ਵਿਚ ਆਫ ਦੀ ਫੋਲੋਇੰਗ ਡਜ਼ ਕੇਨਜ਼ ਸਪੋਰਟ। ਇਹਨਾਂ ਵਿੱਚੋਂ ਕਿਸ ਦਾ ਕੇਨਜ਼ ਸਮਰਥਨ ਕਰਦਾ ਹੈ? ਅੰਡਰ ਫੁੱਲ ਇੰਪਲਾਇਮੈਂਟ ਇਕੁਇਲੀਬ੍ਰੀਅਮ, ਠੀਕ ਹੈ ਜੀ, ਜਿਹਨੂੰ ਕਹਿੰਦੇ ਨੇ ਅਪੂਰਨ ਰੋਜ਼ਗਾਰ ਸੰਤੁਲਨ। ਹਾਂਜੀ, ਇਹਦਾ ਸਮਰਥਨ ਕਰਦਾ ਹੈ। ਸ਼ਾਰਟ ਪੀਰੀਅਡ, ਅਲਪਕਾਲ ਸਮਾਂ, ਇਹਦਾ ਵੀ ਕੇਨਜ਼ ਸਮਰਥਨ ਕਰਦਾ ਹੈ। ਨੀਡ ਫॉर ਗਵਰਨਮੈਂਟ ਇੰਟਰਵੈਂਸ਼ਨ ਇਨ ਦੀ ਇਕੋਨਮੀ, ਠੀਕ ਹੈ ਜੀ, ਅਰਥ ਵਿਵਸਥਾ ਦੇ ਵਿੱਚ ਸਰਕਾਰ ਦੀ ਦਖਲਅੰਦਾਜ਼ੀ, ਇਹਦਾ ਵੀ ਕੇਨਜ਼ ਸਮਰਥਨ ਕਰਦਾ ਹੈ। ਇਸ ਸਵਾਲ ਦਾ ਰਾਈਟ ਆਂਸਰ ਹੋਏਗਾ ਆਪਸ਼ਨ ਨੰਬਰ ਡੀ, ਆਲ ਆਫ ਦੀ ਅਬਵ। ਸਵਾਲ ਨੰਬਰ 9, ਦੀ ਮੈਥਡ ਆਫ ਸਟੱਡੀ ਅੰਡਰ ਮੈਕਰੋ ਇਕਨੋਮਿਕਸ ਇਜ਼। ਵਿਅਸ਼ਟੀ ਅਰਥਸ਼ਾਸਤਰ ਦੇ ਵਿੱਚ ਕਹਿੰਦੇ ਅਧਿਐਨ ਦਾ ਤਰੀਕਾ ਹੈ। ਇਸ ਸਵਾਲ ਦਾ ਰਾਈਟ ਆਂਸਰ ਹੈ ਆਪਸ਼ਨ ਨੰਬਰ ਬੀ, ਜਨਰਲ ਇਕੁਇਲੀਬ੍ਰੀਅਮ ਐਨਾਲਿਸਿਸ, ਸਧਾਰਨ ਸੰਤੁਲਨ ਦੀ ਵਿਆਖਿਆ, ਠੀਕ ਹੈ ਜੀ। ਜੇ ਇਹੀ ਆਉਂਦਾ ਮਾਈਕਰੋ ਇਕਨੋਮਿਕਸ ਦੇ ਵਿੱਚ, ਫਿਰ ਇਸ ਸਵਾਲ ਦਾ ਰਾਈਟ ਆਂਸਰ ਹੋਣਾ ਸੀ ਆਪਸ਼ਨ ਨੰਬਰ ਸੀ, ਪਾਰਸ਼ਲ ਇਕੁਇਲੀਬ੍ਰੀਅਮ ਐਨਾਲਿਸਿਸ, ਠੀਕ ਹੈ ਜੀ, ਇਹਨੂੰ ਆਪਾਂ ਅੰਸ਼ਿਕ ਸੰਤੁਲਨ ਵਿਸ਼ਲੇਸ਼ਣ ਕਹਿ ਦਿੰਦੇ ਹਾਂ। ਸਵਾਲ ਨੰਬਰ 10, ਵਿਚ ਆਫ ਦੀ ਫੋਲੋਇੰਗ ਡਜ਼ ਕੇਨਜ਼ ਐਡਵੋਕੇਟ ਇਨ ਹਿਜ਼ ਐਨਾਲਿਸਿਸ। ਕਹਿੰਦਾ ਜਿਹੜਾ ਕੇਨਜ਼ ਹੈ ਆਪਣੇ ਵਿਸ਼ਲੇਸ਼ਣ ਵਿੱਚ ਕਿਸ ਚੀਜ਼ ਦੀ ਵਕਾਲਤ ਕਰਦਾ ਹੈ? ਸ਼ਾਰਟ ਪੀਰੀਅਡ, ਹਾਂਜੀ, ਇਹਦੀ ਵੀ ਵਕਾਲਤ ਕਰਦਾ ਹੈ। ਅੰਡਰ ਫੁੱਲ ਇੰਪਲਾਇਮੈਂਟ, ਅਪੂਰਨ ਰੋਜ਼ਗਾਰ ਦੀ ਵੀ ਵਕਾਲਤ ਕਰਦਾ ਹੈ। ਇੰਟਰਵੈਂਸ਼ਨ ਬਾਈ ਦੀ ਗਵਰਨਮੈਂਟ, ਹਾਂਜੀ, ਇਸ ਸਰਕਾਰ ਦੀ ਦਖਲਅੰਦਾਜ਼ੀ ਦੀ ਵੀ ਵਕਾਲਤ ਕਰਦਾ ਹੈ। ਇਸ ਸਵਾਲ ਦਾ ਰਾਈਟ ਆਂਸਰ ਹੋਏਗਾ ਆਲ ਆਫ ਦੀ ਅਬਵ, ਆਪਸ਼ਨ ਨੰਬਰ ਡੀ। ਸਵਾਲ ਨੰਬਰ 11, ਸਪਲਾਈ ਕ੍ਰੀਏਟਸ ਇਟਸ ਔਨ ਡਿਮਾਂਡ। ਪੂਰਤੀ ਆਪਣੀ ਮੰਗ ਆਪ ਪੈਦਾ ਕਰਦੀ ਹੈ। ਦਿਸ ਸਟੇਟਮੈਂਟ ਵਾਜ਼ ਗਿਵਨ ਬਾਏ। ਇਹ ਕਥਨ ਕਿਸ ਨੇ ਦਿੱਤਾ? ਹਾਂਜੀ, ਇਹ ਦਿੱਤਾ ਸੀ J.B. ਸੇ। ਇਸ ਸਵਾਲ ਦਾ ਰਾਈਟ ਆਂਸਰ ਹੋਏਗਾ ਆਪਸ਼ਨ ਨੰਬਰ ਸੀ। ਹਾਂਜੀ, ਇਸ ਸਵਾਲ ਦੇ ਰਾਈਟ ਆਂਸਰ ਹੋਏਗਾ ਆਪਸ਼ਨ ਨੰਬਰ ਸੀ, ਪਰ ਇੱਥੇ ਗਲਤ ਦਿੱਤਾ ਗਿਆ ਆਪਸ਼ਨ ਨੰਬਰ ਏ। ਹਾਂਜੀ, ਸਵਾਲ ਨੰਬਰ 12, ਕਲਾਸੀਕਲ ਇਕਨੋਮਿਸਟ ਗਿਵ ਇੰਪੋਰਟੈਂਸ ਟੂ ਡੈਸ਼ ਪੀਰੀਅਡ। ਜਿਹੜੇ ਪਰੰਪਰਾਵਾਦੀ ਅਰਥਸ਼ਾਸਤਰੀ ਕਿਸ ਸਮੇਂ ਨੂੰ ਮਹੱਤਤਾ ਦਿੰਦੇ ਹੈ? ਹਾਂਜੀ, ਇਹ ਲੌਂਗ ਪੀਰੀਅਡ ਨੂੰ ਮਹੱਤਤਾ ਦਿੰਦੇ ਹੈ, ਜਦ ਕਿ ਕੇਨਜ਼ ਸ਼ਾਰਟ ਪੀਰੀਅਡ ਨੂੰ ਮਹੱਤਤਾ ਦਿੰਦਾ ਹੈ। ਨੈਕਸਟ ਹੈ ਜੀ ਆਪਣੇ ਕੋਲ ਸਵਾਲ ਨੰਬਰ 13, ਅਕੋਰਡਿੰਗ ਟੂ ਕੇਨਜ਼, ਕੇਨਜ਼ ਦੇ ਅਨੁਸਾਰ ਜਨਰਲੀ ਦੇਅਰ ਇਜ਼ ਡੈਸ਼ ਇਕੁਇਲੀਬ੍ਰੀਅਮ ਇਨ ਦੀ ਇਕੋਨਮੀ। ਆਮ ਤੌਰ 'ਤੇ ਅਰਥ ਵਿਵਸਥਾ ਵਿੱਚ ਕਿਹੜਾ ਸੰਤੁਲਨ ਪਾਇਆ ਜਾਂਦਾ ਹੈ? ਹਾਂਜੀ, ਅੰਡਰ ਫੁੱਲ ਇੰਪਲਾਇਮੈਂਟ, ਅਪੂਰਨ ਰੋਜ਼ਗਾਰ ਸੰਤੁਲਨ ਪਾਇਆ ਜਾਂਦਾ ਹੈ। ਸਵਾਲ ਨੰਬਰ 14, ਫੁੱਲ ਇੰਪਲਾਇਮੈਂਟ ਇਕੁਇਲੀਬ੍ਰੀਅਮ ਇਜ਼ ਜਰਨਲੀ ਫੀਚਰ ਆਫ। ਪੂਰਨ ਰੋਜ਼ਗਾਰ ਸੰਤੁਲਨ ਕਹਿੰਦੇ ਇਹ ਕਿਸ ਦੀ ਵਿਸ਼ੇਸ਼ਤਾ ਹੈ?
ਹਾਂਜੀ, ਇਹ ਕਲਾਸੀਕਲ ਇਕਨੋਮਿਕਸ ਦੀ ਵਿਸ਼ੇਸ਼ਤਾ ਹੈ। ਠੀਕ ਹੈ ਜੀ, ਪਰੰਪਰਾਵਾਦੀ ਅਰਥਸ਼ਾਸਤਰ ਦੀ ਵਿਸ਼ੇਸ਼ਤਾ ਹੈ। ਸਵਾਲ ਨੰਬਰ 15, ਦੀ ਵਰਡ ਮੈਕਰੋ ਹੈਜ਼ ਬੀਨ ਟੇਕਨ ਫਰੋਮ ਗ੍ਰੀਕ ਵਰਡ। ਜਿਹੜਾ ਮੈਕਰੋ ਸ਼ਬਦ ਹੈ ਦੱਸਣਾ ਗ੍ਰੀਕ ਦੇ ਕਿਸ ਸ਼ਬਦ ਤੋਂ ਲਿਆ ਗਿਆ ਹੈ। ਧਿਆਨ ਦਿਓ ਬੇਟਾ, ਸੀ ਦੀ ਜਗ੍ਹਾ ਤੇ ਕੇ ਕਰਨਾ ਹੈ, ਨਾਲ ਐਸ ਲਗਾਉਣਾ ਹੈ। ਮੈਕਰੋਸ ਵਿਚ ਮੀਨਸ ਜਿਸ ਦਾ ਅਰਥ ਹੈ ਲਾਰਜ, ਵੱਡਾ। ਸਵਾਲ ਨੰਬਰ 16, ਅਕੋਰਡਿੰਗ ਟੂ ਕਲਾਸੀਕਲ ਇਕਨੋਮਿਕਸ ਦੇयर इज़ ऑलवेज फुल एम्प्लॉयमेंट इक्विलिब्रियम इन एन इकोनॉमी। ਪਰੰਪਰਾਵਾਦੀ ਅਰਥਸ਼ਾਸਤਰੀ ਅਨੁਸਾਰ ਅਰਥ ਵਿਵਸਥਾ ਵਿੱਚ ਹਮੇਸ਼ਾ ਪੂਰਨ ਰੋਜ਼ਗਾਰ ਸੰਤੁਲਨ ਪਾਇਆ ਜਾਂਦਾ ਹੈ। ਹਾਂਜੀ, ਇਹ ਕਥਨ ਬਿਲਕੁਲ ਟਰੂ ਹੈ, ਸੱਚ ਹੈ। ਸਵਾਲ ਨੰਬਰ 17, ਅਕੋਰਡਿੰਗ ਟੂ ਕੇਨਜ਼ ਦੇ ਅਨੁਸਾਰ ਇਨ ਦੀ ਲੌਂਗ ਰਨ ਵੀ ਆਰ ਆਲ ਡੈਡ। ਲੰਬੇ ਸਮੇਂ ਵਿੱਚ ਅਸੀਂ ਸਾਰੇ ਮਰ ਜਾਂਦੇ ਹਾਂ। ਹਾਂਜੀ, ਇਹ ਕਥਨ ਕੇਨਜ਼ ਦਾ ਬਿਲਕੁਲ ਸੱਚ ਹੈ। ਸਵਾਲ ਨੰਬਰ 18, ਮੈਕਰੋ ਇਕਨੋਮਿਕਸ ਪ੍ਰੋਡਿਊਸ ਪੈਰਾਡੋਕਸ ਐਕਸਪਲੇਨਡ ਵਿਦ ਦੀ ਹੈਲਪ ਆਫ ਆ ਮੈਕਰੋ ਇਕਨੋਮਿਕਸ। ਕਹਿੰਦੇ ਜਿਹੜੀ ਮੈਕਰੋ ਇਕਨੋਮਿਕਸ ਪੈਰਾਡੋਕਸ ਹੈ ਉਹ ਕਹਿੰਦੇ ਮੈਕਰੋ ਇਕਨੋਮਿਕਸ ਦੀ ਸਹਾਇਤਾ ਨਾਲ ਉਸ ਦੀ ਵਿਆਖਿਆ ਕੀਤੀ ਜਾਂਦੀ ਹੈ। ਹਾਂਜੀ, ਇਹ ਕਥਨ ਬਿਲਕੁਲ ਸਹੀ ਹੈ। ਸਵਾਲ ਨੰਬਰ 19, ਆ ਫੈਕਟ ਵਿਚ ਇਜ਼ ਟਰੂ ਫਰੋਮ ਇੰਡੀਵਿਜੂਅਲ ਵਿਊ ਪੁਆਇੰਟ ਮੇ ਨੋਟ ਬੀ ਨੈਸੈਸਰਲੀ ਦੀ ਟਰੂ ਫਰੋਮ ਦੀ ਵਿਊ ਪੁਆਇੰਟ ਆਫ ਐਨ ਇਕੋਨਮੀ। ਹਾਂਜੀ, ਇੱਕ ਤੱਥ ਜਿਹੜਾ ਕਿ ਵਿਅਕਤੀਗਤ ਪੁਆਇੰਟ ਤੋਂ ਸੱਚ ਹੈ, ਜ਼ਰੂਰੀ ਨਹੀਂ ਕਿ ਉਹ ਅਰਥ ਵਿਵਸਥਾ ਦੇ ਪੁਆਇੰਟ ਤੋਂ ਸੱਚ ਹੋਵੇ। ਹਾਂਜੀ, ਇਹ ਬਿਲਕੁਲ ਸਹੀ ਕਥਨ ਹੈ। ਜਿਵੇਂ ਕਿ ਬੱਚਤ ਵਿਅਕਤੀਗਤ ਪੱਧਰ ਤੇ ਲਾਭਕਾਰੀ ਹੈ, ਪਰ ਅਰਥ ਵਿਵਸਥਾ ਦੇ ਤੌਰ ਤੇ ਬੱਚਤ ਹਾਨੀਕਾਰਕ ਹੈ। ਹਾਂਜੀ, ਸਵਾਲ ਨੰਬਰ 20, ਕੇਨਜ਼ ਵਾਜ਼ ਦਾ ਕਲਾਸੀਕਲ ਇਕਨੋਮਿਸਟ। ਕੇਨਜ਼ ਇੱਕ ਪਰੰਪਰਾਵਾਦੀ ਅਰਥਸ਼ਾਸਤਰੀ ਸੀ। ਇਹ ਸਵਾਲ ਹੈ ਜੀ ਗਲਤ। ਹਾਂਜੀ, ਮੈਚ ਦੀ ਕਾਲਮ ਮੈਚ ਕਰਨੇ ਆ। ਉੱਪਰ ਆਪਣੇ ਕੋਲ ਹੈ ਅਪਰੋਚਸ ਟੂ ਵਰਡ ਮੈਕਰੋ ਇਕਨੋਮਿਕਸ ਤੇ ਇਧਰ ਹੈ ਐਕਸਪਲੈਨਟਰੀ ਸਟੇਟਮੈਂਟਸ। ਹਾਂਜੀ, ਕਲਾਸੀਕਲ ਅਪਰੋਚ। ਹਾਂਜੀ, ਕਲਾਸੀਕਲ ਕਿਸ ਨੂੰ ਗੱਲ ਦੀ ਅਪਰੋਚ ਕਰਦੇ ਹੈ? ਕਲਾਸੀਕਲ ਕਹਿੰਦੇ ਆ ਦੇਅਰ ਸ਼ੁੱਡ ਬੀ ਨੋ ਇੰਟਰਵੈਂਸ਼ਨ ਆਫ ਦੀ ਗਵਰਨਮੈਂਟ ਇਨ ਐਨ ਇਕੋਨਮੀ। ਹਾਂਜੀ, ਇਹਨੂੰ ਮਿਲਾਵਾਂਗੇ 4 ਦੇ ਨਾਲ, ਨੋ ਨੀਡ ਫॉर ਗਵਰਨਮੈਂਟ ਇੰਟਰਵੈਂਸ਼ਨ ਇਨ ਦੀ ਇਕੋਨਮੀ। ਹਾਂਜੀ, ਦੀ ਕੇਨਜ਼ੀਅਨ ਅਪਰੋਚ। ਕੇਨਜ਼ੀਅਨ ਕੀ ਕਹਿੰਦਾ ਹੈ? ਵੀ ਆਲ ਡੈਡ ਇਨ ਦੀ ਲੌਂਗ ਰਨ। ਅਸੀਂ ਲੰਬੇ ਸਮੇਂ ਵਿੱਚ ਸਾਰੇ ਮਰ ਜਾਵਾਂਗੇ। ਇਹਨੂੰ ਮਿਲਾਵਾਂਗੇ 3 ਦੇ ਨਾਲ। ਸੀ ਹੈ ਜੀ ਆਪਣੇ ਕੋਲ ਮੋਨਟਰਿਸਟ ਅਪਰੋਚ। ਠੀਕ ਹੈ ਜੀ, ਇਹ ਕੀ ਕਹਿੰਦੇ ਆ? ਮੋਨੀਟਰੀ ਪਾਲਿਸੀ ਇਜ਼ ਇੰਪੋਰਟੈਂਟ ਟੂ ਅਚੀਵ ਇਕਨੋਮਿਕ ਸਟੈਬਿਲਿਟੀ। ਜਿਹੜੇ ਮੁਦਰਾਵਾਦੀ ਜਿਹੜੀ ਵਿਚਾਰਧਾਰਾ ਹੈ ਉਹ ਕੀ ਕਹਿੰਦੀ ਹੈ ਕਿ ਮੌਦਰਿਕ ਨੀਤੀ ਜ਼ਿਆਦਾ ਮਹੱਤਵਪੂਰਨ ਹੈ ਅਰਥ ਵਿਵਸਥਾ ਦੇ ਵਿੱਚ ਸਥਿਰਤਾ ਪ੍ਰਾਪਤ ਕਰਨ ਵਿੱਚ। ਠੀਕ ਹੈ ਜੀ, ਫਿਰ ਲਾਸਟ ਡੀ ਹੈ ਜਿਹੜਾ ਉਹਨੂੰ ਮਿਲਾਵਾਂਗੇ ਆਪਾਂ 2 ਦੇ ਨਾਲ। ਹਾਂਜੀ, 22 ਨੰਬਰ ਸਵਾਲ, ਦੀ ਗੁੱਡਸ ਵਿਚ ਸੈਟਿਸਫਾਈ ਦੀ ਹਿਊਮਨ ਵਾਂਟਸ ਡਾਇਰੈਕਟਲੀ ਆਰ ਨੋਨ ਐਜ਼। ਉਹ ਵਸਤੂਆਂ ਜਿਹੜੀਆਂ ਮਨੁੱਖਾਂ ਦੀਆਂ ਪ੍ਰਤੱਖ ਲੋੜਾਂ ਨੂੰ ਪੂਰਾ ਕਰਦੀਆਂ ਹਨ ਨੂੰ ਕਿਹਾ ਜਾਂਦਾ ਹੈ। ਹਾਂਜੀ, ਇਹਨਾਂ ਨੂੰ ਕਹਾਂਗੇ ਆਪਾਂ ਕੰਜ਼ਿਊਮਰ ਗੁੱਡਸ, ਉਪਭੋਗ ਪਦਾਰਥ। ਇਸ ਸਵਾਲ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਸੀ। ਸਵਾਲ ਨੰਬਰ 23, ਇਨ ਦੀ ਪ੍ਰੋਡਕਸ਼ਨ ਆਫ ਸ਼ੂਗਰ। ਗੰਨੇ ਦੇ ਉਤਪਾਦਨ ਵਿੱਚ ਵਿਚ ਟਾਈਪ ਆਫ ਪ੍ਰੋਡਕਟ ਸ਼ੂਗਰ ਕੇਨ ਇਜ਼। ਗੰਨਾ ਕਿਸ ਕਿਸਮ ਦਾ ਪਦਾਰਥ ਹੈ? ਹਾਂਜੀ, ਇਸ ਸਵਾਲ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਸੀ, ਇੰਟਰਮੀਡੀਏਟ ਗੁੱਡਸ, ਮੱਧਵਰਤੀ ਵਸਤੂ। ਸਵਾਲ ਨੰਬਰ 24, ਇਨਕਰੀਜ਼ ਇਨ ਦੀ ਸਟਾਕ ਆਫ ਕੈਪੀਟਲ ਡਿਊ ਟੂ ਇਨਵੈਸਟਮੈਂਟ ਇਜ਼ ਕਾਲਡ। ਦੱਸਣਾ ਹੈ ਵੀ ਪੂੰਜੀ ਸਟਾਕ ਦੇ ਵਿੱਚ ਹੋਣ ਵਾਲੇ ਵਾਧੇ ਨੂੰ ਕੀ ਕਿਹਾ ਜਾਂਦਾ ਹੈ? ਇਸ ਨੂੰ ਕਹਾਂਗੇ ਕੈਪੀਟਲ ਫਾਰਮੇਸ਼ਨ, ਪੂੰਜੀ ਨਿਰਮਾਣ। ਇਸ ਸਵਾਲ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਬੀ। ਸਵਾਲ ਨੰਬਰ 25, ਆ ਕੁਆਂਟੀਟੀ ਮੈਜ਼ਰ ਓਵਰ ਆ ਸਪੈਸੀਫਿਕ ਪੀਰੀਅਡ ਆਫ ਟਾਈਮ ਇਜ਼ ਨੋਨ ਐਜ਼। ਠੀਕ ਹੈ ਜੀ, ਗੱਲ ਹੋ ਰਹੀ ਹੈ ਸਪੈਸੀਫਿਕ ਪੀਰੀਅਡ ਆਫ ਟਾਈਮ। ਠੀਕ ਹੈ ਜੀ, ਇਸ ਸਵਾਲ ਦਾ ਰਾਈਟ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਫਲੋ। ਜੇ ਇੱਥੇ ਹੁੰਦਾ ਆ ਪੁਆਇੰਟ ਆਫ ਟਾਈਮ, ਫਿਰ ਇਸ ਸਵਾਲ ਦਾ ਆਨਸਰ ਹੋਣਾ ਸੀ ਸਟਾਕ। ਸਵਾਲ ਨੰਬਰ 26, ਆ ਕੁਆਂਟੀਟੀ ਮੈਜ਼ਰੇਬਲ ਐਟ ਆ ਪੁਆਇੰਟ ਆਫ ਟਾਈਮ ਇਜ਼ ਨੋਨ ਐਜ਼। ਦੇਖੋ ਬੇਟਾ ਇੱਥੇ ਲਿਖਿਆ ਹੋਇਆ ਨਾ ਐਟ ਆ ਪੁਆਇੰਟ ਆਫ ਟਾਈਮ। ਇਸ ਸਵਾਲ ਦਾ ਰਾਈਟ ਆਨਸਰ ਹੋਏਗਾ ਸਟਾਕ, ਆਪਸ਼ਨ ਨੰਬਰ ਏ। ਹਾਂਜੀ, ਨੈਕਸਟ ਹੈ ਜੀ ਸਵਾਲ ਨੰਬਰ 27, ਆ ਟੈਂਜੀਬਲ ਆਬਜੈਕਟ ਹੈਵਿੰਗ ਇਕਨੋਮਿਕ ਵੈਲਿਊ ਇਜ਼ ਨੋਨ ਐਜ਼। ਹਾਂਜੀ, ਉਹ ਕਹਿੰਦੇ ਆਰਥਿਕ ਵਸਤੂਆਂ, ਦ੍ਰਿਸ਼ ਵਸਤੂਆਂ ਜਿਨ੍ਹਾਂ ਦੀ ਕਹਿੰਦੇ ਆਰਥਿਕ ਮੁੱਲ ਹੁੰਦਾ ਹੈ ਨੂੰ ਕਿਹਾ ਜਾਂਦਾ ਹੈ। ਹਾਂਜੀ, ਉਹਨਾਂ ਨੂੰ ਕਹਾਂਗੇ ਵਸਤੂਆਂ ਗੁੱਡ। ਇਸ ਸਵਾਲ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਬੀ। ਵਿਚ ਆਫ ਦੀ ਫੋਲੋਇੰਗ ਇਜ਼ ਆ ਸਟਾਕ ਵੈਰੀਏਬਲ। ਦੱਸਣਾ ਇਹਨਾਂ ਵਿੱਚੋਂ ਸਟਾਕ ਚਾਰ ਕਿਹੜਾ ਹੈ? ਵੈਲਥ, ਇਹ ਵੀ ਸਟਾਕ ਹੈ ਆਪਸ਼ਨ ਨੰਬਰ ਬੀ। ਕੁਆਂਟੀਟੀ ਆਫ ਮਨੀ, ਮੁਦਰਾ ਦੀ ਪੂਰਤੀ, ਇਹ ਵੀ ਸਟਾਕ ਹੈ। ਬੈਂਕ ਡਿਪੋਜ਼ਿਟ, ਬੈਂਕ ਜਮ੍ਹਾਂ, ਇਹ ਵੀ ਸਟਾਕ ਹੈ। ਇਸ ਸਵਾਲ ਦਾ ਰਾਈਟ ਆਨਸਰ ਆਪਸ਼ਨ ਨੰਬਰ ਡੀ, ਆਲ ਆਫ ਦੀ ਅਬਵ। ਸਵਾਲ ਨੰਬਰ 29, ਵਿਚ ਆਫ ਦੀ ਫੋਲੋਇੰਗ ਇਜ਼ ਆ ਫਲੋ ਵੈਰੀਏਬਲ। ਇਹਨਾਂ ਵਿੱਚੋਂ ਪ੍ਰਵਾਹ ਚਾਰ ਕਿਹੜਾ ਹੈ? ਹਾਂਜੀ, ਕੰਜੰਪਸ਼ਨ, ਬੈਂਕ ਡਿਪੋਜ਼ਿਟ, ਮਨੀ ਸਪਲਾਈ, ਵੈਲਥ। ਹਾਂਜੀ ਬੇਟਾ, ਕੰਜੰਪਸ਼ਨ ਹੈ ਜਿਹੜਾ ਉਹ ਇੱਕ ਪ੍ਰਵਾਹ ਚਰ ਹੈ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਹੈ, ਇਨਕਮ, ਕੰਜੰਪਸ਼ਨ, ਸੇਵਿੰਗ, ਇਨਵੈਸਟਮੈਂਟ, ਕੈਪੀਟਲ ਫਾਰਮੇਸ਼ਨ, ਆਲ ਆਰ ਫਲੋ ਵੈਰੀਏਬਲਸ। ਸਵਾਲ ਨੰਬਰ 30, ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਆ ਫਲੋ ਵੈਰੀਏਬਲ। ਇਹਨਾਂ ਵਿੱਚੋਂ ਕਿਹੜਾ ਪ੍ਰਵਾਹ ਚਰ ਨਹੀਂ ਹੈ? ਹਾਂਜੀ, ਇਨਕਮ, ਇਹ ਵੀ ਪ੍ਰਵਾਹ ਚਰ ਹੈ। ਕੈਪੀਟਲ ਫਾਰਮੇਸ਼ਨ ਵੀ ਹੈ, ਸੇਲਸ ਵੀ ਹੈ, ਵਿਕਰੀ ਵੀ ਹੈ, ਤੇ ਵੈਲਥ ਹੁੰਦੀ ਸੰਪत्ति। ਹਾਂਜੀ, ਇਹ ਹੈ ਜਿਹੜਾ ਇਜ਼ ਆ ਸਟਾਕ ਵੈਰੀਏਬਲ, ਇਹ ਸਟਾਕ ਚਰ ਹੈ। ਸਵਾਲ ਨੰਬਰ 31, ਆ commodity which is touchable and has its economic price is known as। ਇੱਕ ਅਜਿਹੀ ਵਸਤੂ ਜਿਸ ਨੂੰ ਛੂਹਿਆ ਜਾ ਸਕਦਾ ਹੈ, ਜਿਸ ਦੀ ਆਰਥਿਕ ਕੀਮਤ ਹੈ, ਨੂੰ ਕਿਹਾ ਜਾਂਦਾ ਹੈ। ਇਸ ਸਵਾਲ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਬੀ, ਗੁੱਡਸ। ਹਾਂਜੀ, ਸਵਾਲ ਨੰਬਰ 32, ਐਨ ਇਨਟੈਂਜੀਬਲ ਆਬਜੈਕਟ, ਠੀਕ ਹੈ ਜੀ, ਹੈਵਿੰਗ ਇਕਨੋਮਿਕ ਵੈਲਿਊ ਇਜ਼ ਨੋਨ ਐਜ਼। ਇੱਕ ਅਭੌਤਿਕ ਵਸਤੂ, ਠੀਕ ਹੈ, ਅਭੌਤਿਕ ਮਤਲਬ ਆਦ੍ਰਿਸ਼ ਵਸਤੂ, ਠੀਕ ਹੈ ਜੀ, ਜਿਸ ਦੀ ਆਰਥਿਕ ਕੀਮਤ ਹੈ, ਉਸ ਨੂੰ ਕਿਹਾ ਜਾਂਦਾ ਹੈ ਜੀ ਇੱਥੇ ਬੇਟਾ ਸਰਵਿਸ। ਇਸ ਸਵਾਲ ਦਾ ਉੱਤਰ ਹੋਏਗਾ ਸਰਵਿਸ, ਸੇਵਾਵਾਂ।
सवाल नंबर 33, प्लांट एंड मशीनरीज आर कंज्यूमर गुड्स, क्योंकि प्लांट ते मशीनरी उच्च मुੱਲ वालियां वस्तुआं हैं। ठीक है जी। प्लांट एंड मशीनरीज आर ऑफ हाई वैल्यू commodities and are repeatedly used in the process of production, so that plant and machinery are capital goods. सवाल नंबर 34, goods purchased by one firm from other firm to use those as new as raw material are called cash goods। ਕਹਿੰਦੇ ਉਹ ਵਸਤੂਆਂ ਜਿਸ ਨੂੰ ਇੱਕ ਫਰਮ ਦੂਜੀ ਫਰਮ ਤੋਂ ਖਰੀਦਦੀ ਹੈ ਕੱਚੇ ਮਾਲ ਦੇ ਰੂਪ ਵਿੱਚ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਇੰਟਰਮੀਡੀਏਟ ਗੁੱਡਸ। ਠੀਕ ਹੈ ਜੀ। ਉਹਨਾਂ ਨੂੰ ਕਹਾਂਗੇ ਆਪਾਂ ਮੱਧਵਰਤੀ ਵਸਤੂਆਂ। ਸਵਾਲ ਨੰਬਰ 35, ਡੈਸ਼ ਗੁੱਡਸ ਸੈਟੀਸਫਾਈ ਹਿਊਮਨ ਵਾਂਟਸ, ਕਿਹੜੀਆਂ ਵਸਤੂਆਂ ਮਨੁੱਖ ਦੀਆਂ ਲੋੜਾਂ ਨੂੰ ਪੂਰਾ ਕਰਦੀਆਂ ਹਨ? ਇਸ ਸਵਾਲ ਦਾ ਰਾਈਟ ਆਨਸਰ ਹੈ ਜੀ ਕੰਜ਼ਿਊਮਰ ਗੁੱਡਸ। ਸਵਾਲ ਨੰਬਰ 36, ਚੇਂਜ ਇਨ ਇਨਵੈਂਟਰੀ ਇਜ਼ ਕਾਲਡ ਡੈਸ਼ ਇਨਵੈਸਟਮੈਂਟ। ਹਾਂਜੀ, ਇਨਵੈਂਟਰੀ ਹੁੰਦਾ ਹੈ ਮਾਲ ਦੇ ਵਿੱਚ ਪਰਿਵਰਤਨ ਨੂੰ ਆਪਾਂ ਇਨਵੈਂਟਰੀ ਇਨਵੈਸਟਮੈਂਟ ਕਹਾਂਗੇ। ਠੀਕ ਹੈ ਜੀ। ਇਨਵੈਸਟਮੈਂਟ ਦੋ ਟਾਈਪ ਦਾ ਹੁੰਦਾ ਹੈ। ਠੀਕ ਹੈ ਜੀ। ਇੱਕ ਫਿਕਸਡ ਇਨਵੈਸਟਮੈਂਟ ਤੇ ਦੂਸਰਾ ਹੁੰਦਾ ਹੈ ਇਨਵੈਂਟਰੀ ਇਨਵੈਸਟਮੈਂਟ, ਮਾਲ ਸੂਚੀ ਸਟਾਕ ਨਿਵੇਸ਼। ਸਵਾਲ ਨੰਬਰ ਹੈ ਜੀ 37, ਕੰਜ਼ਿਊਮਰ ਗੁੱਡਸ ਆਰ ਆਲਸੋ ਨੋਨ ਐਜ਼ ਕੰਜ਼ੰਪਸ਼ਨ ਗੁੱਡਸ। ਠੀਕ ਹੈ ਜੀ। ਉਪਭੋਗਤਾ ਪਦਾਰਥਾਂ ਨੂੰ ਉਪਭੋਗ ਵਸਤੂਆਂ ਕਿਹਾ ਜਾਂਦਾ ਹੈ। ਸਵਾਲ ਨੰਬਰ 38, ਆਲ ਮਸ਼ੀਨਸ ਆਰ ਪ੍ਰੋਡਿਊਸਰ ਗੁੱਡਸ। ਹਾਂਜੀ, ਸਾਰੀਆਂ ਮਸ਼ੀਨਾਂ ਉਤਪਾਦਕ ਵਸਤੂਆਂ ਹੁੰਦੀਆਂ ਹਨ। ਹਾਂਜੀ, ਇਹ ਕਥਨ ਬਿਲਕੁਲ ਸਹੀ ਹੈ। ਹਾਂਜੀ, ਇੱਥੇ ਆਨਸਰ ਗਲਤ ਦਿੱਤਾ ਹੋਇਆ। ਆਲ ਮਸ਼ੀਨਸ ਆਰ ਪ੍ਰੋਡਿਊਸਰ ਗੁੱਡਸ ਬਟ ਆਲ ਪ੍ਰੋਡਿਊਸਰ ਗੁੱਡਸ ਆਰ ਨਾਟ ਮਸ਼ੀਨਸ। ਠੀਕ ਹੈ ਜੀ, ਇਹਦੇ ਆਨਸਰ ਰੱਖ ਲੈਣਾ ਹੈ। ਨੈਕਸਟ ਹੈ ਜੀ ਆਪਣੇ ਕੋਲ ਸਵਾਲ 39, ਫਾਈਨਲ ਗੁੱਡਸ ਆਰ ਰੈਡੀ ਟੂ ਬੀ ਯੂਜ਼ਡ ਬਾਈ ਫਾਈਨਲ ਯੂਜ਼ਰਸ ਆਈਦਰ ਕੰਜ਼ਿਊਮਰ ਔਰ ਪ੍ਰੋਡਿਊਸਰ। ਕਹਿੰਦੇ ਅੰਤਿਮ ਵਸਤੂਆਂ ਉਹ ਵਸਤੂਆਂ ਹਨ ਜਿਹੜੀਆਂ ਕਿ ਅੰਤਿਮ ਪ੍ਰਯੋਗਕਰਤਾ ਦੁਆਰਾ ਯੂਜ਼ ਕਰਨ ਲਈ ਤਿਆਰ ਹਨ, ਭਾਵੇਂ ਉਹ ਕੰਜ਼ਿਊਮਰ ਹੋਵੇ ਚਾਹੇ ਉਤਪਾਦਕ। ਹਾਂਜੀ, ਇਹ ਕਥਨ ਬਿਲਕੁਲ ਟਰੂ ਹੈ, ਸਹੀ ਹੈ। ਸਵਾਲ ਨੰਬਰ 40, ਇੰਟਰਮੀਡੀਏਟ ਗੁੱਡਸ ਆਰ ਇਨਕਲੂਡਡ ਇਨ ਨੈਸ਼ਨਲ ਇਨਕਮ। ਮੱਧਵਰਤੀ ਵਸਤੂਆਂ ਨੂੰ ਰਾਸ਼ਟਰੀ ਆਮਦਨ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਹਾਂਜੀ, ਇਹ ਕਥਨ ਹੈ ਜੀ ਬਿਲਕੁਲ ਗਲਤ। ਠੀਕ ਹੈ ਜੀ। ਜਿਹੜੀਆਂ ਮੱਧਵਰਤੀ ਵਸਤੂਆਂ ਨੂੰ ਕਦੇ ਵੀ ਰਾਸ਼ਟਰੀ ਆਮਦਨ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ। ਸਵਾਲ ਨੰਬਰ 41, ਪਰਸਨਲ ਕੰਪਿਊਟਰ ਇਜ਼ ਐਨ ਐਗਜ਼ਾਮਪਲ ਆਫ ਡਿਊਰੇਬਲ ਕੰਜ਼ਿਊਮਰ ਗੁੱਡਸ। ਹਾਂਜੀ, ਨਿੱਜੀ ਕੰਪਿਊਟਰ ਉਦਾਹਰਨ ਹੈ ਇੱਕ ਹੰਢਣਸਾਰ ਉਪਭੋਗ ਵਸਤੂ ਦੀ। ਹਾਂਜੀ, ਇਹ ਕਥਨ ਬਿਲਕੁਲ ਟਰੂ ਹੈ। ਸਵਾਲ ਨੰਬਰ 42, ਇੰਟਰਸਟ ਔਨ ਕੈਪੀਟਲ ਇਜ਼ ਆ ਫਲੋ ਕੰਸੈਪਟ। ਹਾਂਜੀ, ਇਹ ਬਿਲਕੁਲ ਸਹੀ ਹੈ। ਕੈਪੀਟਲ ਸਟੋਕ ਹੈ, ਜਦ ਕਿ ਇੰਟਰਸਟ ਹੈ ਜਿਹੜਾ ਉਹਦੇ ਉੱਪਰ ਉਹ ਇੱਕ ਪ੍ਰਵਾਹ ਚਰ ਹੈ। ਸਵਾਲ ਨੰਬਰ 43, ਦੀ ਸਰਕੂਲਰ ਫਲੋ ਆਫ ਇਨਕਮ ਹੈਜ਼। ਕਹਿੰਦੇ ਉਤਪਾਦਨ ਦਾ ਚੱਕਰੀ ਪ੍ਰਵਾਹ ਹੈ। ਠੀਕ ਹੈ ਜੀ। ਆਮਦਨ ਦਾ ਚੱਕਰੀ ਪ੍ਰਵਾਹ ਹੈ। ਇਹ ਰੀਅਲ ਫਲੋ ਆਫ ਗੁੱਡਸ ਐਂਡ ਸਰਵਿਸ, ਮਨੀ ਫਲੋ ਇਨ ਦੀ ਫਾਰਮ ਆਫ ਮਨੀ, ਬੋਥ ਏ ਐਂਡ ਬੀ। ਹਾਂਜੀ, ਇਸ ਸਵਾਲ ਦਾ ਰਾਈਟ ਆਨਸਰ ਹੋਏਗਾ ਬੋਥ ਏ ਐਂਡ ਬੀ। ਠੀਕ ਹੈ ਜੀ। ਨੈਕਸਟ ਹੈ ਜੀ ਆਪਣੇ ਕੋਲ, ਹਾਂਜੀ, ਇੱਥੇ ਨਾ ਇੱਕ ਸਵਾਲ ਨੰਬਰ 43 ਦੇ ਵਿੱਚ ਸਰਕੂਲਰ ਫਲੋ ਆਫ ਇਨਕਮ ਐਂਡ ਪ੍ਰੋਡਕਸ਼ਨ ਹੋਣਾ ਸੀਗਾ, ਫਿਰ ਇਹਦਾ ਰਾਈਟ ਆਨਸਰ ਬਣੇਗਾ ਆਪਸ਼ਨ ਨੰਬਰ ਸੀ, ਬੋਥ ਏ ਐਂਡ ਬੀ। ਚਲਦੇ ਹਾਂ ਜੀ ਸਵਾਲ ਨੰਬਰ 44, ਦੀ ਫੋਰਸਸ ਵਿੱਚ ਵੀਕਰ ਦੀ ਸਰਕੂਲਰ ਫਲੋ ਆਫ ਇਨਕਮ ਆਰ ਨੋਨ ਐਜ਼। ਕਹਿੰਦੀ ਉਹ ਸ਼ਕਤੀਆਂ ਜਿਹੜੀਆਂ ਕਿ ਆਮਦਨ ਦੇ ਚੱਕਰੀ ਪ੍ਰਵਾਹ ਨੂੰ ਕਮਜ਼ੋਰ ਕਰਦੀਆਂ ਹਨ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਉਹਨਾਂ ਨੂੰ ਕਿਹਾ ਜਾਂਦਾ ਲੀਕੇਜ, ਰਿਸਾਵ ਜਾਂ ਵਾਪਸੀ। ਸਵਾਲ ਨੰਬਰ 45, ਫਲੋ ਆਫ ਗੁੱਡਸ ਐਂਡ ਸਰਵਿਸ ਇਜ਼ ਕਾਲਡ। ਵਸਤੂਆਂ ਅਤੇ ਸੇਵਾਵਾਂ ਦੇ ਪ੍ਰਵਾਹ ਨੂੰ ਕੀ ਕਿਹਾ ਜਾਂਦਾ ਹੈ? ਇਹਨੂੰ ਕਹਾਂਗੇ ਰੀਅਲ ਫਲੋ, ਵਾਸਤਵਿਕ ਪ੍ਰਵਾਹ। ਸਵਾਲ ਨੰਬਰ 46, ਵਿਚ ਫੋਰਸਸ ਸਟਰੈਂਥਨ ਦੀ ਸਰਕੂਲਰ ਫਲੋ ਆਫ ਇਨਕਮ। ਕਹਿੰਦੇ ਉਹ ਸ਼ਕਤੀਆਂ ਜਿਹੜੀਆਂ ਆਮਦਨ ਦੇ ਚੱਕਰੀ ਪ੍ਰਵਾਹ ਨੂੰ ਮਜ਼ਬੂਤ ਕਰਦੀਆਂ ਹਨ, ਹਾਂਜੀ, ਉਹਨਾਂ ਨੂੰ ਕਿਹਾ ਜਾਂਦਾ ਇੰਜੈਕਸ਼ਨ, ਸਮਾਵੇਸ਼। ਸਵਾਲ ਨੰਬਰ 47, ਫਾਈਨੈਂਸ਼ੀਅਲ ਸੈਕਟਰ ਇਜ਼ ਦੈਟ ਸੈਕਟਰ ਵਿੱਚ। ਕਹਿੰਦੇ ਵਿੱਤੀ ਖੇਤਰ ਉਹ ਖੇਤਰ ਹੈ ਜਿਹੜਾ ਕੀ ਕਰਦਾ? ਦੋ ਕੰਮ ਕਰਦਾ ਹੈ। ਲੈਂਡਸ ਮਨੀ, ਪੈਸਾ ਉਧਾਰ ਦਿੰਦਾ ਹੈ, ਐਂਡ ਐਕਸੈਪਟ ਡਿਪੋਜ਼ਿਟ, ਅਤੇ ਜਮ੍ਹਾਂ ਸਵੀਕਾਰ ਕਰਦਾ ਹੈ। ਇਸ ਸਵਾਲ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਸੀ, ਏ ਐਂਡ ਬੀ ਬੋਥ ਆਰ ਕਰੈਕਟ। ਸਵਾਲ ਨੰਬਰ 48, ਡਿਊ ਟੂ ਵਿਚ ਆਫ ਦੀ ਫੋਲੋਇੰਗ। ਇਹਨਾਂ ਵਿੱਚੋਂ ਕਿਸ ਦੇ ਕਾਰਨ ਡਜ਼ ਦੀ ਸਰਕੂਲਰ ਫਲੋ ਆਫ ਇਨਕਮ ਐਂਡ ਆਊਟਪੁੱਟ ਬਿਕਮ ਸਮਾਲਰ ਦੈਨ ਬਿਫੋਰ। ਇਹਨਾਂ ਵਿੱਚੋਂ ਕਿਸ ਦੇ ਕਾਰਨ ਆਮਦਨ ਅਤੇ ਉਤਪਾਦਨ ਦਾ ਚੱਕਰੀ ਪ੍ਰਭਾਵ ਪਹਿਲਾਂ ਨਾਲੋਂ ਛੋਟਾ ਹੋ ਜਾਂਦਾ ਹੈ? ਹਾਂਜੀ, ਉਹ ਹੈ ਜੀ ਆਪਸ਼ਨ ਨੰਬਰ ਬੀ, ਲੀਕੇਜ ਔਰ ਵਿਦਡਰਾਅਲ, ਰਿਸਾਵ ਜਾਂ ਵਾਪਸੀ ਕਾਰਨ। ਸਵਾਲ ਨੰਬਰ 49, ਇਨ ਐਨ ਓਪਨ ਇਕੋਨਮੀ, ਖੁੱਲੀ ਅਰਥ ਵਿਵਸਥਾ ਦੇ ਵਿੱਚ, ਦੇਅਰ ਆਰ ਡੈਸ਼ ਸੈਕਟਰ। ਖੁੱਲੀ ਅਰਥ ਵਿਵਸਥਾ ਵਿੱਚ ਕਿੰਨੇ ਖੇਤਰ ਹੁੰਦੇ ਹਨ? ਹਾਂਜੀ, ਇਹਦਾ ਸਵਾਲ ਹੈ ਜੀ 5 ਖੇਤਰ ਹੁੰਦੇ ਹਨ। ਸਵਾਲ ਨੰਬਰ 50, ਫਲੋ ਆਫ ਗੁੱਡਸ ਐਂਡ ਸਰਵਿਸ ਐਂਡ ਫੈਕਟਰ ਸਰਵਿਸ ਇਨ ਦੀ ਇਕੋਨਮੀ ਇਜ਼ ਨੋਨ ਐਜ਼। ਵਸਤੂਆਂ ਅਤੇ ਸੇਵਾਵਾਂ ਦੇ ਪ੍ਰਵਾਹ ਨੂੰ ਕਿਹੜਾ ਪ੍ਰਵਾਹ ਕਿਹਾ ਜਾਂਦਾ ਹੈ, ਜਾਂ ਸਾਧਨਾਂ ਦੇ ਪ੍ਰਵਾਹ ਨੂੰ ਕਿਹੜਾ ਪ੍ਰਵਾਹ ਕਿਹਾ ਜਾਂਦਾ ਹੈ? ਇਸ ਨੂੰ ਕਹਿੰਦੇ ਆ ਜੀ ਆਪਾਂ ਰੀਅਲ ਫਲੋ। ਸਵਾਲ ਨੰਬਰ 51, ਡੈਸ਼ ਲਾਈਕ ਇਨਵੈਸਟਮੈਂਟ, ਐਕਸਪੋਰਟ, ਸਬਸਿਡੀਜ਼ ਐਟਸੈਟਰਾ ਐਕਸਪੈਂਡ ਦੀ ਸਰਕੂਲਰ ਫਲੋ ਆਫ ਇਨਕਮ। ਦੱਸਣਾ ਹੈ ਵੀ ਇਨਵੈਸਟਮੈਂਟ, ਨਿਵੇਸ਼, ਨਿਰਯਾਤ, ਠੀਕ ਹੈ ਜੀ, ਅਤੇ ਸਬਸਿਡੀ ਆਰਥਿਕ ਸਹਾਇਤਾ, ਇਹ ਕਹਿੰਦੇ ਚੱਕਰੀ ਪ੍ਰਵਾਹ ਨੂੰ ਕਹਿੰਦੇ ਵਧਾਉਂਦੇ ਹਨ, ਐਕਸਪੈਂਡ ਕਰਦੇ ਹਨ। ਇਹਨਾਂ ਨੂੰ ਆਪਾਂ ਇੰਜੈਕਸ਼ਨ ਕਹਿੰਦੇ ਹਾਂ। ਠੀਕ ਹੈ ਜੀ। ਹਾਂਜੀ, ਸਮ ਨੰਬਰ 52, ਸੇਵਿੰਗ, ਇੰਪੋਰਟ ਐਂਡ ਟੈਕਸਸ ਆਰ ਡੈਸ਼ ਆਫ ਸਰਕੂਲਰ ਫਲੋ ਆਫ ਇਨਕਮ। ਬਚਤ, ਆਜ਼ਾਦ ਅਤੇ ਕਰ ਦੇ ਆਮਦਨ ਦੇ ਚੱਕਰੀ ਪ੍ਰਵਾਹ ਦੇ ਕੀ ਹਨ? ਇਹਦਾ ਰਾਈਟ ਆਨਸਰ ਹੈ ਜੀ ਲੀਕੇਜ। ਇਹ ਸਾਰੀਆਂ ਹਨ ਲੀਕੇਜ ਜਾਂ ਵਾਪਸੀ। ਸਵਾਲ ਨੰਬਰ ਹੈ ਜੀ 53, ਡੈਸ਼ ਸੈਕਟਰ ਕੰਜ਼ਿਊਮਰ ਗੁੱਡਸ ਐਂਡ ਸਰਵਿਸ। ਦੱਸਦਾ ਹੈ ਵੀ ਕਿਹੜਾ ਸੈਕਟਰ ਹੈ ਕੰਜ਼ਿਊਮ ਕਰਦਾ ਗੁੱਡਸ ਐਂਡ ਸਰਵਿਸ। ਹਾਂਜੀ, ਇਸ ਸਵਾਲ ਦਾ ਰਾਈਟ ਆਨਸਰ ਹੈ ਹਾਊਸ ਹੋਲਡ ਸੈਕਟਰ।
ਪਰਿਵਾਰਿਕ ਖੇਤਰ ਵਸਤੂਆਂ ਤੇ ਸੇਵਾਵਾਂ ਦਾ ਉਪਭੋਗ ਕਰਦਾ ਹੈ। ਹਾਂਜੀ, ਡੈਸ਼ ਸੈਕਟਰ ਪ੍ਰੋਡਿਊਸਰਸ ਗੁੱਡਸ ਐਂਡ ਸਰਵਿਸ, ਕਿਹੜਾ ਸੈਕਟਰ ਵਸਤੂਆਂ ਤੇ ਸੇਵਾਵਾਂ ਦਾ ਨਿਰਮਾਣ ਕਰਦਾ ਹੈ? ਹਾਂਜੀ, ਉਹ ਹੈ ਜੀ ਪ੍ਰੋਡਿਊਸਰ ਸੈਕਟਰ। ਸਵਾਲ ਨੰਬਰ 55, ਡਿਊਰਿੰਗ ਡਿਪਰੈਸ਼ਨ ਦੀ ਸਰਕੂਲਰ ਫਲੋ ਆਫ ਇਨਕਮ ਕੰਟਰੈਕਟਸ, ਕਹਿੰਦੇ ਮੰਦੀ ਦੇ ਸਮੇਂ ਆਮਦਨ ਦਾ ਚੱਕਰੀ ਪ੍ਰਵਾਹ ਉਹ ਛੋਟਾ ਹੁੰਦਾ ਹੈ, ਸੁੰਗੜਦਾ ਹੈ। ਹਾਂਜੀ, ਇਹ ਬਿਲਕੁਲ ਸਹੀ ਹੈ। ਡਿਊਰਿੰਗ ਬੂਮ ਦੀ ਸਰਕੂਲਰ ਫਲੋ ਆਫ ਇਨਕਮ ਐਕਸਪੈਂਡਸ, ਕਹਿੰਦੇ ਤੇਜ਼ੀ ਦੀ ਸਥਿਤੀ ਵਿੱਚ ਆਮਦਨ ਦਾ ਚੱਕਰੀ ਪ੍ਰਵਾਹ ਦੇ ਵਿੱਚ ਵਿਸਤਾਰ ਹੁੰਦਾ ਹੈ। ਹਾਂਜੀ, ਇਹ ਕਥਨ ਬਿਲਕੁਲ ਟਰੂ ਹੈ। ਹਾਂਜੀ, ਅਗਲਾ ਹੈ ਜੀ 57, ਰੀਅਲ ਫਲੋ, ਮੋਨੀਟਰੀ ਫਲੋ। ਠੀਕ ਹੈ ਜੀ, ਦੀ ਸਪਲਾਈ ਆਫ ਗੁੱਡਸ ਐਂਡ ਸਰਵਿਸ ਬਾਈ ਪ੍ਰੋਡਿਊਸਰ ਸੈਕਟਰ ਟੂ ਹਾਊਸਹੋਲਡ ਸੈਕਟਰ, ਪ੍ਰੋਡਿਊਸ ਫੈਕਟਰ ਪੇਮੈਂਟ ਬਾਈ ਪ੍ਰੋਡਿਊਸਰ ਸੈਕਟਰ ਟੂ ਹਾਊਸਹੋਲਡ ਸੈਕਟਰ। ਹਾਂਜੀ, ਰੀਅਲ ਫਲੋ ਨੂੰ ਆਪਾਂ ਮੈਚ ਕਰਾਂਗੇ ਆਪਸ਼ਨ ਨੰਬਰ 4 ਦੇ ਨਾਲ, ਫਲੋ ਆਫ ਗੁੱਡਸ ਐਂਡ ਸਰਵਿਸ ਇਜ਼ ਨੋਨ ਐਜ਼ ਰੀਅਲ ਫਲੋ। ਮੋਨੀਟਰੀ ਫਲੋ ਨੂੰ ਆਪਾਂ ਮੈਚ ਕਰਾਂਗੇ ਆਪਸ਼ਨ ਨੰਬਰ 1 ਦੇ ਨਾਲ, ਫਲੋ ਆਫ ਮਨੀ। ਠੀਕ ਹੈ ਜੀ, ਉਸ ਤੋਂ ਬਾਅਦ ਹੈ ਜੀ ਆਪਸ਼ਨ ਨੰਬਰ ਸੀ, ਸਪਲਾਈ ਆਫ ਗੁੱਡਸ ਐਂਡ ਸਰਵਿਸ ਬਾਈ ਪ੍ਰੋਡਿਊਸਰ ਸੈਕਟਰ ਟੂ ਹਾਊਸਹੋਲਡ ਸੈਕਟਰ। ਹਾਂਜੀ, ਸਰਵਿਸ ਸਪਲਾਈ ਆਫ ਗੁੱਡਸ ਐਂਡ ਸਰਵਿਸ ਹੈ, ਇਹਦਾ ਮਤਲਬ ਇਹ ਰੀਅਲ ਫਲੋ ਹੈ। ਠੀਕ ਹੈ ਜੀ, ਇਹ ਕੀ ਹੈ? ਰੀਅਲ ਫਲੋ। ਇਹਨੂੰ ਆਪਾਂ ਮੈਚ ਕਰਾਂਗੇ ਆਪਸ਼ਨ ਨੰਬਰ ਬੀ ਦੇ ਨਾਲ। ਅਤੇ ਫੈਕਟਰ ਪੇਮੈਂਟਸ, ਠੀਕ ਹੈ, ਜਿਹੜੀ ਫੈਕਟਰ ਪੇਮੈਂਟ ਹੁੰਦੀ ਹੈ ਇਹ ਹੁੰਦੀ ਹੈ ਮੁਦਰਾ ਦੇ ਰੂਪ ਵਿੱਚ, ਅਤੇ ਇਹਨੂੰ ਆਪਾਂ ਕਰਾਂਗੇ 3 ਦੇ ਨਾਲ, ਇਹ ਹੈ ਜੀ ਮੋਨੀਟਰੀ ਫਲੋ। ਠੀਕ ਹੈ ਜੀ, ਨੈਕਸਟ ਹੈ ਜੀ ਆਪਣੇ ਕੋਲ ਸਵਾਲ ਨੰਬਰ 58, ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਆ ਟਰਾਂਸਫਰ ਪੇਮੈਂਟ, ਇਹਨਾਂ ਵਿੱਚੋਂ ਕਿਹੜਾ ਇੱਕ ਤਰਫਾ ਭੁਗਤਾਨ ਨਹੀਂ ਹੈ? ਹਾਂਜੀ, ਉਹ ਹੈ ਜੀ ਪੇਮੈਂਟ ਟੂ ਡੋਮੈਸਟਿਕ ਸਰਵੈਂਟ, ਨੌਕਰ ਨੂੰ ਕੀਤਾ ਜਾਣ ਵਾਲਾ ਭੁਗਤਾਨ। ਠੀਕ ਹੈ ਜੀ, ਉਹ ਦੋ ਤਰਫਾ ਹੁੰਦਾ, ਇਹ ਧਿਆਨ ਰੱਖ ਲੈਣਾ ਹੈ। ਸਵਾਲ ਨੰਬਰ 59, ਵਿਚ ਆਫ ਦੀ ਫੋਲੋਇੰਗ ਕੰਸੈਪਟ ਇਜ਼ ਰੈਫਰ ਟੂ ਐਜ਼ ਆ ਨੈਸ਼ਨਲ ਇਨਕਮ, ਇਹਨਾਂ ਵਿੱਚੋਂ ਕਿਹੜੀ ਕੰਸੈਪਟ ਨੂੰ ਰਾਸ਼ਟਰੀ ਆਮਦਨ ਕਿਹਾ ਜਾਂਦਾ ਹੈ? ਹਾਂਜੀ, ਇਸ ਸਵਾਲ ਦਾ ਰਾਈਟ ਆਨਸਰ ਹੈ ਜੀ ਆਪਣੇ ਕੋਲ ਆਪਸ਼ਨ ਨੰਬਰ ਸੀ, NNPFC। ਜੇ ਆ ਜਾਂਦਾ ਡੋਮੈਸਟਿਕ ਇਨਕਮ, ਫਿਰ ਸਵਾਲ ਦਾ ਰਾਈਟ ਆਨਸਰ ਬਣਨਾ ਸੀਗਾ NDPFC, ਆਪਸ਼ਨ ਨੰਬਰ ਡੀ। ਨੰਬਰ 60, ਨੈਟ ਇਨਡਾਇਰੈਕਟ ਟੈਕਸ, ਸ਼ੁੱਧ ਅਪਰਤੱਖ ਕਰ। ਹਾਂਜੀ, ਇਹਦੇ ਰਾਈਟ ਆਨਸਰ ਬਣੇਗਾ ਜੀ ਇਨਡਾਇਰੈਕਟ ਟੈਕਸ ਮਾਈਨਸ ਸਬਸਿਡੀ, ਆਪਸ਼ਨ ਨੰਬਰ ਬੀ। ਸਵਾਲ ਨੰਬਰ 61, NNPMP ਵਿਲ ਬੀ ਇਕੁਅਲ ਟੂ NNPFC ਵੈਨ ਡੈਸ਼ ਇਜ਼ ਜ਼ੀਰੋ। ਹਾਂਜੀ, ਇਹ ਦੱਸਣਾ ਹੈ ਵੀ NNPMP ਅਤੇ NNPFC ਕਹਿੰਦੇ ਦੋਨੋਂ ਬਰਾਬਰ ਹੋਣਗੇ ਜਦੋਂ ਕੀ ਜ਼ੀਰੋ ਹੋਵੇ। ਹਾਂਜੀ, ਕਰਨਾ ਕੀ, ਦੋਵਾਂ ਦੀ ਮੈਚਿੰਗ ਕਰੋ। N ਨਾਲ N ਮੈਚ ਕਰ ਗਈ, ਦੂਜੀ N ਨਾਲ N ਮੈਚ ਕਰ ਗਈ, P ਨਾਲ P ਮੈਚ ਕਰ ਗਈ। MP ਅਤੇ FC ਦੋਨੋਂ ਅਲੱਗ ਅਲੱਗ ਚੀਜ਼ਾਂ ਹੈ, ਇਹਦਾ ਮਤਲਬ ਇਹ ਦੋਨੋਂ ਕੀ ਹੋਣਗੀਆਂ? ਇਕੁਅਲ। ਠੀਕ ਹੈ ਜੀ, ਯਾਨੀ ਕਿ ਮਾਰਕੀਟ ਪ੍ਰਾਈਸ ਇਜ਼ ਇਕੁਅਲ ਟੂ ਕੀ ਹੋਏਗੀ? ਫੈਕਟਰ ਕੋਸਟ। ਇਹ ਕਦੋਂ ਹੋਏਗੀ? ਜਦੋਂ ਪੁਆਇੰਟ ਨੰਬਰ 5 ਜ਼ੀਰੋ ਹੋਵੇ। ਪੁਆਇੰਟ ਨੰਬਰ 5 ਕੀ ਹੁੰਦਾ ਬੇਟਾ? ਨੈਟ ਇਨਡਾਇਰੈਕਟ ਟੈਕਸ। ਠੀਕ ਹੈ ਜੀ, ਸਵਾਲ ਨੰਬਰ 61 ਦਾ ਉੱਤਰ ਹੋਏਗਾ ਆਪਸ਼ਨ ਨੰਬਰ ਏ। ਹਾਂਜੀ, ਨੈਕਸਟ ਹੈ ਜੀ ਸਵਾਲ ਨੰਬਰ 62, ਨਾਰਮਲ ਰੈਜ਼ੀਡੈਂਟ ਆਫ ਅ ਕੰਟਰੀ ਇਜ਼ ਅ ਪਰਸਨ or economic unit living in that country for at least and more। ਕਹਿੰਦੇ ਇੱਕ ਦੇਸ਼ ਦਾ ਸਧਾਰਨ ਨਿਵਾਸੀ ਉਹ ਵਿਅਕਤੀ ਹੈ ਜੋ ਉਸ ਦੇਸ਼ ਦੇ ਵਿੱਚ ਘੱਟੋ ਘੱਟ ਕਿੰਨਾ ਸਮਾਂ ਰਹਿ ਰਿਹਾ ਹੋਵੇ? ਹਾਂਜੀ, ਉਹ ਹੈ ਜੀ 1 ਈਅਰ। ਇਸ ਸਵਾਲ ਦਾ ਰਾਈਟ ਆਨਸਰ ਆਪਸ਼ਨ ਨੰਬਰ ਡੀ। ਸਵਾਲ ਨੰਬਰ 63, ਡਿਫਰੈਂਸ ਬਿਟਵੀਨ ਇਨਡਾਇਰੈਕਟ ਟੈਕਸ ਐਂਡ ਸਬਸਿਡੀ ਇਜ਼ ਕਾਲਡ। ਅਪਰਤੱਖ ਕਰ ਅਤੇ ਆਰਥਿਕ ਸਹਾਇਤਾ ਦੇ ਅੰਤਰ ਨੂੰ ਕਿਹਾ ਜਾਂਦਾ ਹੈ ਨੈਟ ਇਨਡਾਇਰੈਕਟ ਟੈਕਸ। ਸਵਾਲ ਨੰਬਰ 64, GDPMP ਇਜ਼ ਇਕੁਅਲ ਟੂ NDPMP ਪਲੱਸ। ਹਾਂਜੀ, ਇਹਦੇ ਵਿੱਚ ਮੈਚਿੰਗ ਕਰੋ। ਜੀ ਅਤੇ N ਦੋਹਾਂ 'ਚ ਅੰਤਰ ਹੈ। ਹਾਂਜੀ, N ਤੋਂ G ਬਣਾਉਣ ਦੇ ਲਈ ਇਹਦੇ ਵਿੱਚ ਜੋੜਾਂਗੇ ਡੈਪਰੀਸ਼ੀਏਸ਼ਨ। ਠੀਕ ਹੈ ਜੀ, ਬਾਕੀ ਸਾਰੇ ਮਿਲਦਾ। 65 'ਤੇ ਚੱਲਦੇ ਹਾਂ ਜੀ ਆਪਾਂ। 65 ਨੂੰ ਜਦੋਂ ਆਪਾਂ ਵੇਖਦੇ ਹਾਂ ਤਾਂ ਫਿਰ G, ਦੂਜੇ ਪਾਸੇ N ਹੈ, N, ਫਿਰ G ਅਤੇ N, ਇਹਦੇ ਵਿੱਚ ਵੀ ਆਏਗਾ ਜੀ ਆਪਣੇ ਕੋਲ ਐਡ ਹੋਏਗੀ ਇਹਦੇ ਵਿੱਚ ਵੀ ਡੈਪਰੀਸ਼ੀਏਸ਼ਨ ਐਡ ਹੋਏਗਾ। ਠੀਕ ਹੈ ਜੀ, ਇਸ ਸਵਾਲ ਦੇ 65 ਦੇ ਵਿੱਚ ਆਨਸਰ ਗਲਤ ਦਿੱਤਾ ਗਿਆ। ਇਹਦੇ ਵਿੱਚ ਕੀ ਐਡ ਹੋਏਗਾ? ਡੈਪਰੀਸ਼ੀਏਸ਼ਨ। ਹਿਸਾਬ ਨੂੰ ਜੋੜਿਆ ਜਾਏਗਾ। ਸਵਾਲ ਨੰਬਰ 66, ਨੈਸ਼ਨਲ ਇਨਕਮ ਆਫ ਕੰਟਰੀ ਇਜ਼ ਕੈਲਕੂਲੇਟਡ ਐਟ। ਹਾਂਜੀ, ਨੈਸ਼ਨਲ ਇਨਕਮ ਹੈ ਹਮੇਸ਼ਾ ਫੈਕਟਰ ਕੋਸਟ 'ਤੇ ਹੀ ਕੈਲਕੂਲੇਟ ਕੀਤੀ ਜਾਂਦੀ ਹੈ। ਠੀਕ ਹੈ ਜੀ, ਸਵਾਲ ਨੰਬਰ 67, ਸਮ ਆਫ ਦੀ ਇਨਕਮ ਆਫ ਆਲ ਦੀ ਫੈਕਟਰ ਆਫ ਪ੍ਰੋਡਕਸ਼ਨ ਇਜ਼ ਕਾਲਡ ਨੈਸ਼ਨਲ ਇਨਕਮ। ਹਾਂਜੀ, ਬਿਲਕੁਲ ਸਹੀ ਹੈ। ਉਤਪਾਦਨ ਦੇ ਸਾਧਨਾਂ ਦੀ ਜਿਹੜੀ ਆਮਦਨ ਦੇ ਜੋੜ ਨੂੰ ਕੀ ਕਹਾਂਗੇ? ਰਾਸ਼ਟਰੀ ਆਮਦਨ। ਬਿਲਕੁਲ ਸਹੀ ਹੈ ਜੀ। ਸਵਾਲ ਨੰਬਰ 68, ਅ ਪਰਸਨ ਹੂ ਇਜ਼ ਦੀ ਸਿਟੀਜ਼ਨ ਆਫ ਅ ਕੰਟਰੀ ਇਜ਼ ਆਲਸੋ ਕਾਲਡ ਦੀ ਨਾਰਮਲ ਰੈਜ਼ੀਡੈਂਟ ਆਫ ਡੈਟ ਕੰਟਰੀ। ਕਹਿੰਦੇ ਇੱਕ ਆਦਮੀ ਜਿਹੜਾ ਕਿ ਇੱਕ ਦੇਸ਼ ਦਾ ਨਾਗਰਿਕ ਹੈ ਨੂੰ ਉਸ ਦੇਸ਼ ਦਾ ਸਧਾਰਨ ਨਿਵਾਸੀ ਵੀ ਕਿਹਾ ਜਾ ਸਕਦਾ ਹੈ। ਹਾਂਜੀ, ਇਹ ਸਟੇਟਮੈਂਟ ਫਾਲਸ ਹੈ। ਹੋ ਵੀ ਸਕਦਾ ਅਤੇ ਨਹੀਂ ਵੀ ਹੋ ਸਕਦਾ। ਠੀਕ ਹੈ ਜੀ, ਸਵਾਲ ਨੰਬਰ 69, ਨੈਟ ਐਕਸਪੋਰਟਸ ਆਰ ਕੰਪੋਨੈਂਟ ਆਫ ਡੋਮੈਸਟਿਕ ਇਨਕਮ। ਕਹਿੰਦੇ ਸ਼ੁੱਧ ਜਿਹੜੀ ਨਿਰਯਾਤ ਹੈ ਉਹ ਘਰੇਲੂ ਆਮਦਨ ਦੇ ਭਾਗ ਹਨ। ਹਾਂਜੀ, ਬਿਲਕੁਲ ਟਰੂ ਹੈ ਜੀ ਇਹ। ਸਵਾਲ ਨੰਬਰ ਆਪਣੇ ਕੋਲ ਹੈ 70, ਕਹਿੰਦੇ ਪ੍ਰੋਡਕਟ ਮੈਥਡ ਇਜ਼ ਦੀ ਅਦਰ ਨੇਮ ਆਫ। ਹਾਂਜੀ, ਪ੍ਰੋਡਕਟ ਮੈਥਡ ਦਾ ਦੂਸਰਾ ਨਾਮ ਹੈ ਵੈਲਿਊ ਐਡਡ ਮੈਥਡ, ਆਪਸ਼ਨ ਨੰਬਰ ਏ। ਸਵਾਲ ਨੰਬਰ 71, ਪ੍ਰੋਬਲਮ ਆਫ ਡਬਲ ਕਾਊਂਟਿੰਗ ਕਹਿੰਦੇ ਅਰਾਈਜ਼ਡ ਅੰਡਰ। ਹਾਂਜੀ, ਦੱਸਣਾ ਹੈ ਵੀ ਦੋਹਰੀ ਗਣਨਾ ਦੀ ਸਮੱਸਿਆ ਕਿਹੜੇ ਮੈਥਡ ਵਿੱਚ ਆਉਂਦੀ ਹੈ? ਇਹ ਹੁੰਦੀ ਹੈ ਜੀ ਆਪਣੇ ਕੋਲ ਪ੍ਰੋਡਕਟ ਮੈਥਡ, ਉਤਪਾਦ ਵਿਧੀ ਵਿੱਚ। ਨੈਕਸਟ ਹੈ ਜੀ ਆਪਣੇ ਕੋਲ ਸਵਾਲ ਨੰਬਰ 70, ਫਿਰ ਦਿੱਤਾ ਮੈਚਿੰਗ ਹੈ ਫੁੱਲ ਐਮਪਲੋਇਮੈਂਟ, ਪਾਰਸ਼ਲ ਇਕੁਇਲਿਬਰਮ, ਸਟਾਕ ਕੰਸੈਪਟ, ਡੋਮੈਸਟਿਕ ਕੀ ਲਿਖਿਆ ਹੈ? ਚਲੋ ਦੇਖਦੇ ਹਾਂ। ਫੁੱਲ ਐਮਪਲੋਇਮੈਂਟ
ਫੁੱਲ ਇੰਪਲਾਇਮੈਂਟ ਪੂਰਨ ਰੋਜ਼ਗਾਰ, ਹਾਂਜੀ ਇਹ ਕਲਾਸੀਕਲ ਇਕਨੋਮਿਸਟ ਜਿਹੜੇ ਪਰੰਪਰਾਵਾਦੀ ਅਰਥਸ਼ਾਸਤਰੀਆਂ ਦਾ ਕਹਿਣਾ ਹੈ। ਪਾਰਸ਼ਲ ਇਕੁਇਲਿਬ੍ਰਿयम, ਠੀਕ ਹੈ ਜੀ, ਇਹ ਪਾਰਸ਼ਲ ਇਕੁਇਲਿਬ੍ਰਿयम ਦਾ ਸੰਬੰਧ ਮਾਈਕਰੋ ਇਕਨੋਮਿਕਸ ਵਿਅਸ਼ਟੀ ਅਰਥਸ਼ਾਸਤਰ ਨਾਲ ਹੈ। ਸਟਾਕ ਕੰਸੈਪਟ, ਠੀਕ ਹੈ ਜੀ, ਉਹਦਾ ਸੰਬੰਧ ਹੈ ਅ ਪੁਆਇੰਟ ਆਫ ਟਾਈਮ ਦੇ ਨਾਲ, ਸਮੇਂ ਦੇ ਇੱਕ ਨਿਸ਼ਚਿਤ ਬਿੰਦੂ ਨਾਲ। ਅਤੇ ਬਾਕੀ ਜਿਹੜਾ ਰਹਿ ਜਾਏਗਾ ਉਹ ਆਪਸ਼ਨ ਨੰਬਰ 3 ਡੋਮੈਸਟਿਕ ਇਨਕਮ ਦੇ ਨਾਲ ਐਡ ਹੋਏਗਾ। ਨੈਕਸਟ ਹੈ ਜੀ ਮੇਰੇ ਕੋਲ ਸਵਾਲ ਨੰਬਰ 71, ਵਿਚ ਆਫ ਦੀ ਫੋਲੋਇੰਗ ਕੰਪੋਨੈਂਟ ਇਜ਼ ਇਨਕਲੂਡਡ ਇਨ ਆਪਰੇਟਿੰਗ ਸਰਪਲਸ। ਹਾਂਜੀ ਆਪਰੇਟਿੰਗ ਸਰਪਲਸ ਜਿਹਨੂੰ ਪ੍ਰਚਾਲਨ ਬੇਸ਼ੀ ਕਹਿ ਦਿੰਦੇ ਆ, ਇਹਦੇ ਕੰਪੋਨੈਂਟ ਦੱਸਣੇ ਕਿਹੜੇ ਕਿਹੜੇ ਹੈ। ਰੈਂਟ, ਹਾਂਜੀ ਲਗਾਨ ਵੀ ਸ਼ਾਮਲ ਹੈ, ਇੰਟਰਸਟ ਵਿਆਜ ਵੀ ਸ਼ਾਮਲ ਹੈ, ਪ੍ਰੋਫਿਟ ਲਾਭ ਵੀ ਸ਼ਾਮਲ ਹੈ। ਇਸ ਸਵਾਲ ਦਾ ਰਾਈਟ ਆਂਸਰ ਹੋਏਗਾ ਆਪਸ਼ਨ ਨੰਬਰ ਡੀ। ਹਾਂਜੀ ਸਵਾਲ ਨੰਬਰ 72, ਡੈਸ਼ ਇਜ਼ ਨਾਟ ਇਨਕਲੂਡਡ ਇਨ ਦੀ ਆਪਰੇਟਿੰਗ ਸਰਪਲਸ। ਪ੍ਰਚਾਲਨ ਬੇਸ਼ੀ ਵਿੱਚ ਇਹਨਾਂ ਵਿੱਚੋਂ ਕੀ ਸ਼ਾਮਲ ਨਹੀਂ ਕੀਤਾ ਜਾਂਦਾ। ਹਾਂਜੀ ਰੈਂਟ ਨੂੰ ਵੀ ਸ਼ਾਮਲ ਕੀਤਾ ਜਾਂਦਾ, ਇੰਟਰਸਟ ਵੀ ਸ਼ਾਮਲ ਕੀਤਾ ਜਾਂਦਾ, ਵੈਲਿਊ ਐਡਡ ਇਸ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ। ਸਵਾਲ ਨੰਬਰ 73, ਰੀਅਲ ਨੈਸ਼ਨਲ ਇਨਕਮ ਇਜ਼, ਕਹਿੰਦੇ ਵਾਸਤਵਿਕ ਰਾਸ਼ਟਰੀ ਆਮਦਨ, ਹਾਂਜੀ ਇਹ ਸਥਿਰ ਕੀਮਤਾਂ 'ਤੇ ਹੁੰਦੀ ਹੈ, ਧਿਆਨ ਰੱਖ ਲੈਣਾ ਹੈ, ਠੀਕ ਹੈ ਜੀ, ਕੌਂਸਟੈਂਟ ਪ੍ਰਾਈਸਿਸ 'ਤੇ। ਹਾਂਜੀ ਇਹਦੇ ਵਿੱਚ ਆਪਸ਼ਨ ਨੰਬਰ ਸੀ ਦੇ ਵਿੱਚ ਦੱਸਿਆ ਗਿਆ ਹੈ ਨੈਸ਼ਨਲ ਇਨਕਮ ਐਟ ਕੌਂਸਟੈਂਟ ਪ੍ਰਾਈਸਿਸ, ਠੀਕ ਹੈ। ਸਵਾਲ ਨੰਬਰ 74, ਫੋਲੋਇੰਗ ਇਨਫੋਰਮੇਸ਼ਨ ਇਜ਼ ਅਵੇਲੇਬਲ। ਡਿਵੀਡੈਂਡ ਦੇਤਾ ਆਪਾਂ ਨੂੰ, ਕਾਰਪੋਰੇਸ਼ਨ ਟੈਕਸ ਦੇਤਾ, ਇੰਟਰਸਟ ਦੇਤਾ ਅਤੇ ਕਾਰਪੋਰੇਟ ਸੇਵਿੰਗ ਦੇਤੀ। ਹਾਂਜੀ ਇਹਦੇ ਵਿੱਚ ਪਤਾ ਕੀ ਕਰਨਾ, ਵੈਲਿਊ ਆਫ ਪ੍ਰੋਫਿਟ ਵਿਲ ਬੀ। ਹਾਂਜੀ ਪ੍ਰੋਫਿਟ ਦੇ ਆਪਾਂ ਕੰਪੋਨੈਂਟ ਦੇਖਣੇ ਕਿਹੜੇ ਕਿਹੜੇ ਹੋਣਗੇ। ਹਾਂਜੀ ਪ੍ਰੋਫਿਟ ਦੇ ਕੰਪੋਨੈਂਟ ਹੁੰਦੇ ਆ ਡਿਵੀਡੈਂਡ 210 ਵੀ ਹੋਏਗਾ, ਕਾਰਪੋਰੇਸ਼ਨ ਟੈਕਸ ਇਹ ਵੀ ਹੋਏਗਾ, ਇਹਨੂੰ ਵੀ ਜੋੜਾਂਗੇ, ਇੰਟਰਸਟ ਨਹੀਂ ਲੈਣਾ, ਕਾਰਪੋਰੇਟ ਸੇਵਿੰਗ ਇਹ ਵੀ ਲਵਾਂਗੇ। ਹਾਂਜੀ 210 ਦੇ ਵਿੱਚ 190 ਜੋੜਾਂਗੇ 400, 400 ਦੇ ਵਿੱਚ 250 ਜੋੜਾਂਗੇ ਤਾਂ 650 ਕਰੋੜ ਇਸ ਸਵਾਲ ਦਾ ਰਾਈਟ ਆਂਸਰ ਹੋਏਗਾ। ਨੈਕਸਟ ਹੈ ਜੀ ਸਵਾਲ ਨੰਬਰ 75, ਵੈਲਿਊ ਐਡਡ ਇਜ਼ ਦੀ ਡਿਫਰੈਂਸ ਬਿਟਵੀਨ ਡੈਸ਼ ਐਂਡ ਡੈਸ਼। ਹਾਂਜੀ ਇਹ ਹੈ ਜੀ ਵੈਲਿਊ ਐਡਡ ਹੈ ਜਿਹੜਾ ਜਿਹਨੂੰ ਮੁੱਲ ਵਾਧਾ ਕਹਿ ਦਿੰਦੇ ਆ, ਇਹਦਾ ਮੁੱਲ ਹੁੰਦਾ ਉਤਪਾਦ ਦਾ ਮੁੱਲ ਮਾਈਨਸ ਮੱਧਵਰਤੀ ਉਪਭੋਗ, ਠੀਕ ਹੈ ਜੀ। ਫਿਰ ਕਿਹਦਾ ਕਿਹਦਾ ਅੰਦਰ ਹੋ ਗਿਆ, ਵੈਲਿਊ ਆਫ ਆਊਟਪੁੱਟ ਮਾਈਨਸ ਇੰਟਰਮੀਡੀਏਟ ਕੰਜੰਪਸ਼ਨ। ਸਵਾਲ ਨੰਬਰ 76, ਚੇਂਜ ਇਨ ਸਟਾਕ ਇਜ਼ ਦੀ ਡੈਸ਼ ਆਫ ਕਲੋजिंग ਸਟਾਕ ਐਂਡ ਓਪਨਿੰਗ ਸਟਾਕ। ਹਾਂਜੀ ਸਟਾਕ ਵਿੱਚ ਪਰਿਵਰਤਨ ਹੈ, ਕਿਹਦਾ ਫਾਰਮੂਲਾ ਹੈ, ਅੰਤਿਮ ਸਟਾਕ ਮਾਈਨਸ ਆਰੰਭਿਕ ਸਟਾਕ, ਇੱਥੇ ਆਏਗਾ ਫਿਰ ਡਿਫਰੈਂਸ ਹੈ, ਠੀਕ ਹੈ ਜੀ, ਅੰਦਰ ਹੈ। ਸਵਾਲ ਨੰਬਰ ਹੈ ਜੀ ਆਪਣੇ ਕੋਲ 77, ਵੈਲਿਊ ਆਫ ਇੰਟਰਮੀਡੀਏਟ ਗੁੱਡਸ ਡੈਸ਼ ਇਨਕਲੂਡਡ ਇਨ ਨੈਸ਼ਨਲ ਇਨਕਮ। ਮੱਧਵਰਤੀ ਵਸਤੂਆਂ ਦੇ ਮੁੱਲ ਨੂੰ ਰਾਸ਼ਟਰੀ ਆਮਦਨ ਦੀ ਗਣਨਾ ਵਿੱਚ ਨਹੀਂ ਜੋੜਿਆ ਜਾਂਦਾ, ਨਹੀਂ ਸ਼ਾਮਲ ਕੀਤਾ ਜਾਂਦਾ, ਇਜ਼ ਨੋਟ ਆਏਗਾ। ਸਵਾਲ ਨੰਬਰ 78, ਵਿੰਡਫਾਲ ਗੇਨਸ ਅਚਾਨਕ ਹੋਣ ਵਾਲੇ ਲਾਭ ਡੈਸ਼ ਇਨਕਲੂਡਡ ਇਨ ਨੈਸ਼ਨਲ ਇਨਕਮ। ਹਾਂਜੀ ਅਚਾਨਕ ਹੋਣ ਵਾਲੇ ਲਾਭਾਂ ਨੂੰ ਵੀ ਰਾਸ਼ਟਰੀ ਆਮਦਨ ਵਿੱਚ ਨਹੀਂ ਸ਼ਾਮਲ ਕੀਤਾ ਜਾਂਦਾ। 79, ਅੰਡਰ ਐਕਸਪੈਂਡੀਚਰ ਮੈਥਡ ਨੈਸ਼ਨਲ ਇਨਕਮ ਇਜ਼ ਕੈਲਕੂਲੇਟਡ ਔਨ ਦੀ ਬੇਸਿਸ ਆਫ। ਹਾਂਜੀ ਕਹਿੰਦੇ ਖਰਚ ਵਿਧੀ ਅਧੀਨ ਰਾਸ਼ਟਰੀ ਆਮਦਨ ਦੀ ਗਣਨਾ ਕੀਤੀ ਜਾਂਦੀ ਹੈ ਗ੍ਰੋਸ ਫਾਈਨਲ ਐਕਸਪੈਂਡੀਚਰ ਦੇ ਰੂਪ ਵਿੱਚ, ਠੀਕ ਹੈ ਜੀ, ਗ੍ਰੋਸ ਫਾਈਨਲ ਐਕਸਪੈਂਡੀਚਰ ਦੇ ਬੇਸਿਸ 'ਤੇ। ਸਵਾਲ ਨੰਬਰ ਹੈ ਜੀ 80, ਪੇਮੈਂਟ ਇਨ ਕਾइंड ਆਰ ਨਾਟ ਇਨਕਲੂਡਡ ਇਨ ਕੰਪਨਸੇਸ਼ਨ ਆਫ ਇੰਪਲਾਈ। ਹਾਂਜੀ ਪੇਮੈਂਟ ਇਨ ਕਾइंड्स, ਠੀਕ ਹੈ ਜੀ, ਇਹਨੂੰ ਕਹਿੰਦੇ ਕਰਮਚਾਰੀਆਂ ਦੇ ਮਹਿਤਾਨੇ ਵਿੱਚ ਸ਼ਾਮਲ ਨਹੀਂ ਕੀਤੇ ਜਾਂਦੇ, ਠੀਕ ਹੈ ਜੀ। ਹਾਂਜੀ ਪੇਮੈਂਟ ਇਨ ਕਾइंड ਦੇ ਵਿੱਚ ਇਹ ਸਟੇਟਮੈਂਟ ਹੈ ਜੀ ਫਾਲਸ, ਠੀਕ ਹੈ ਜੀ। ਅਗਲਾ ਸਵਾਲ ਨੰਬਰ 81, ਸਮ ਆਫ ਰੈਂਟ ਪੇਮੈਂਟ ਇਨ ਕਾइंड ਆਰ, ਇਹ ਸਟੇਟਮੈਂਟ ਟਰੂ ਹੋਣੀ ਸੀ ਬੇਟਾ। ਪੇਮੈਂਟ ਇਨ ਕਾइंड ਦਾ ਮਤਲਬ ਇਹ ਹੈ ਵੀ ਜੇ ਕੋਈ ਮਜ਼ਦੂਰ ਕਿਸੇ ਦੇ ਕੰਮ ਕਰਦਾ ਹੈ ਤਾਂ ਮਜ਼ਦੂਰ ਉਸ ਨੂੰ ਸ਼ਾਮ ਨੂੰ ਦੁੱਧ ਦਿੱਤਾ ਜਾਂਦਾ, ਆਟਾ ਦਿੱਤਾ ਜਾਂਦਾ। ਹਾਂਜੀ ਇਹਨੂੰ ਨਹੀਂ ਸ਼ਾਮਲ ਕੀਤਾ ਜਾਂਦਾ, ਇਹ ਬਿਲਕੁਲ ਟਰੂ ਸਟੇਟਮੈਂਟ ਹੈ। ਸਵਾਲ ਨੰਬਰ 81, ਸਮ ਆਫ ਰੈਂਟ ਇੰਟਰਸਟ ਐਂਡ ਪ੍ਰੋਫਿਟ ਇਜ਼ ਕਾਲਡ ਆਪਰੇਟਿੰਗ ਸਰਪਲਸ। ਹਾਂਜੀ ਲਗਾਨ ਵਿਆਜ ਅਤੇ ਲਾਭ ਦੇ ਜੋੜ ਨੂੰ ਪ੍ਰਚਾਲਨ ਬੇਸ਼ੀ ਕਹਿੰਦੇ ਹਨ, ਬਿਲਕੁਲ ਸਹੀ ਹੈ ਜੀ। ਸਵਾਲ ਨੰਬਰ 82, ਵੈਲਿਊ ਐਡਡ ਮੁੱਲ ਵਾਧੇ ਦਾ ਫਾਰਮੂਲਾ ਵੈਲਿਊ ਆਫ ਆਊਟਪੁੱਟ ਮਾਈਨਸ ਇੰਟਰਮੀਡੀਏਟ ਕੰਜੰਪਸ਼ਨ। ਹਾਂਜੀ ਇਹ ਸਟੇਟਮੈਂਟ ਬਿਲਕੁਲ ਟਰੂ ਹੈ, ਠੀਕ ਹੈ ਜੀ, ਉਤਪਾਦਨ ਦਾ ਮੁੱਲ ਮਾਈਨਸ ਮੱਧਵਰਤੀ ਉਪਭੋਗ। ਸਵਾਲ ਨੰਬਰ 83, ਰੀਅਲ ਨੈਸ਼ਨਲ ਇਨਕਮ ਇਜ਼ ਕੈਲਕੂਲੇਟਡ ਐਟ ਕਰੰਟ ਪ੍ਰਾਈਸਿਸ। ਹਾਂਜੀ ਇਹ ਸਟੇਟਮੈਂਟ ਬਿਲਕੁਲ ਗਲਤ ਹੈ। ਅਸਲ ਰਾਸ਼ਟਰੀ ਆਮਦਨ ਜਾਂ ਵਾਸਤਵਿਕ ਰਾਸ਼ਟਰੀ ਆਮਦਨ ਦੀ ਗਣਨਾ ਸਥਿਰ ਕੀਮਤਾਂ 'ਤੇ ਹੁੰਦੀ ਹੈ, ਨਾ ਕਿ ਚਾਲੂ ਕੀਮਤਾਂ 'ਤੇ, ਠੀਕ ਹੈ ਜੀ। ਕਰੰਟ ਪ੍ਰਾਈਸਿਸ ਦਾ ਮਤਲਬ ਚਾਲੂ ਕੀਮਤਾਂ। ਹਾਂਜੀ ਮੈਚਿੰਗ ਹੈ, ਇਹ ਮੈਚਿੰਗ ਤੁਸੀਂ ਦੇਖ ਲੈਣਾ, ਠੀਕ ਹੈ ਜੀ। ਨੈਕਸਟ ਹੈ ਜੀ ਮੇਰੇ ਕੋਲ 85, ਆਈਡਲ ਫਾਰਮੂਲਾ ਆਫ ਇੰਡੈਕਸ ਨੰਬਰ ਇਜ਼ ਫਿਸ਼ਰ ਫਾਰਮੂਲਾ। ਹਾਂਜੀ ਬਿਲਕੁਲ ਸਹੀ ਹੈ, ਠੀਕ ਹੈ। ਸੂਚਕਾਂਕ ਦਾ ਸਭ ਤੋਂ ਆਦਰਸ਼ ਵਿਧੀ ਹੈ ਜਿਹੜੀ ਉਹ ਫਿਸ਼ਰ ਦੀ ਵਿਧੀ ਹੈ। ਸਵਾਲ ਨੰਬਰ 86, ਪ੍ਰਾਈਸ ਰਿਲੇਟਿਵ ਰੇਸ਼ੀਓ, ਠੀਕ ਹੈ ਜੀ, ਇਹਦਾ ਫਾਰਮੂਲਾ P1 ਬਟਾ P0 ਗੁਣਾ 100। ਹਾਂਜੀ ਬਿਲਕੁਲ ਸਹੀ ਹੈ ਫਾਰਮੂਲਾ, ਠੀਕ ਹੈ, ਆਰ ਕੱਢਣ ਦਾ ਫਾਰਮੂਲਾ ਹੁੰਦਾ ਬੇਟਾ ਇਹ। ਨੈਕਸਟ ਹੈ ਜੀ 87, ਕੋਰਲੇਸ਼ਨ ਸ਼ੋ ਰਿਲੇਸ਼ਨਸ਼ਿਪ ਡੈਟ ਇਜ਼ ਕੁਆਲੀਟੇਟਿਵ। ਹਾਂ ਜਿਹੜਾ ਕੋਰਲੇਸ਼ਨ ਹੈ, ਜਿਹੜਾ ਰਿਲੇਸ਼ਨਸ਼ਿਪ ਸ਼ੋ ਕਰਦਾ ਹੈ ਉਹ ਕੁਆਲੀਟੇਟਿਵ ਗੁਣਾਤਮਕ ਹੁੰਦਾ ਹੈ, ਠੀਕ ਹੈ ਜੀ। ਹਾਂਜੀ ਇਹ ਤੁਸੀਂ ਚੈੱਕ ਕਰ ਲੈਣਾ, ਠੀਕ ਹੈ। ਵੈਸੇ ਇਹ ਦੋਵੇਂ ਹੀ ਹੁੰਦੇ ਆ, ਕੁਆਲੀਟੇਟਿਵ ਵੀ ਅਤੇ ਕੁਆਂਟੀਟੇਟਿਵ ਵੀ ਮੇਰੇ ਹਿਸਾਬ ਨਾਲ। ਅੱਗੇ ਹੈ ਜੀ ਪੋਜ਼ੀਟਿਵ ਵੀ ਹੁੰਦਾ, ਨੈਗੇਟਿਵ ਵੀ ਹੁੰਦਾ ਅਤੇ ਡਿਗਰੀ ਵੀ ਆਪਾਂ ਨੂੰ ਦੱਸਦਾ। ਇਹਦਾ ਮਤਲਬ ਕੁਆਲੀਟੇਟਿਵ ਐਂਡ ਕੁਆਂਟੀਟੇਟਿਵਸ ਬੋਥ ਸ਼ੋ ਕਰਦਾ ਰਿਲੇਸ਼ਨਸ਼ਿਪ, ਪਰ ਇੱਥੇ ਇਹਨਾਂ ਨੇ ਕੁਆਲੀਟੇਟਿਵ ਕਿਹਾ। ਸਵਾਲ ਨੰਬਰ 88, ਕੋਰਲੇਸ਼ਨ ਕੈਨ ਐਗਜ਼ਿਸਟ ਬਿਲੋ 2 ਔਰ 3 ਔਰ 5। ਪਤਾ ਨਹੀਂ ਕੀ ਲਿਖਿਆ ਇੱਥੇ ਇਹਨਾਂ ਨੇ। ਕੋਰਲੇਸ਼ਨ ਦੀ ਵੈਲਿਊ ਬੇਟਾ -1 ਅਤੇ +1 ਦੇ ਵਿਚਕਾਰ ਹੁੰਦੀ ਹੈ, ਇਹਨਾਂ ਧਿਆਨ 'ਚ ਰੱਖ ਲੈਣਾ। ਅਤੇ ਕੋਰਲੇਸ਼ਨ ਹੈ 2 ਜਾਂ 2 ਤੋਂ ਵੱਧ ਵੈਰੀਏਬਲਸ ਦੇ ਵਿੱਚ ਪਾਇਆ ਜਾਂਦਾ ਹੈ, ਠੀਕ ਹੈ ਜੀ। ਪਰਫੈਕਟ ਕੋਰਲੇਸ਼ਨ ਹੋਏਗਾ -1 ਔਰ +1, ਬਿਲਕੁਲ ਸਹੀ ਹੈ ਜੀ ਇਹ ਸਟੇਟਮੈਂਟ। ਸਵਾਲ ਨੰਬਰ 90, ਵੈਨ ਟੂ ਵੈਰੀਏਬਲ ਕੀ ਲਿਖਿਆ ਇਹਨਾਂ ਨੇ, ਮੂਵ ਇਨ ਦੀ ਸੇਮ ਡਾਇਰੈਕਸ਼ਨ।
ਹਾਂਜੀ, ਜਦੋਂ ਦੋਨੋਂ ਵੈਰੀਏਬਲ ਇੱਕੋ ਦਿਸ਼ਾ ਵੱਲ ਵਧਦੇ ਹਨ ਤਾਂ ਇਸ ਨੂੰ ਪੋਜ਼ੀਟਿਵ ਕੋਰਿਲੇਸ਼ਨ ਕਿਹਾ ਜਾਂਦਾ ਹੈ। ਬਿਲਕੁਲ ਸਹੀ ਹੈ ਜੀ, ਧਨਾਤਮਕ ਸਹਿ ਸੰਬੰਧ ਕਿਹਾ ਜਾਂਦਾ ਹੈ। ਸਵਾਲ ਨੰਬਰ 91, ਰੈਸਪੀਰੇਟਰੀ ਪ੍ਰੋਬਲਮ, ਠੀਕ ਹੈ ਜੀ, ਸਾਹ ਦੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਆਰ ਕੌਜ਼ਡ ਬਾਈ 에ਅਰ ਪੋਲਿਊਸ਼ਨ, ਹਾਂਜੀ ਬਿਲਕੁਲ ਹਵਾ ਪ੍ਰਦੂਸ਼ਣ ਕਰਕੇ ਹੁੰਦੀਆਂ ਹਨ। ਨੈਕਸਟ ਹੈ ਜੀ ਆਪਣੇ ਕੋਲ ਸਵਾਲ ਨੰਬਰ 92, ਐਨਵਾਇਰਨਮੈਂਟ ਐਕਟ ਹੈ ਜਿਹੜਾ ਪਾਸਡ ਇਨ ਇੰਡੀਆ 1986, ਬਿਲਕੁਲ ਸਹੀ, 1986 ਦੇ ਵਿੱਚ ਪਾਸ ਹੋਇਆ ਸੀ। ਸਵਾਲ ਨੰਬਰ ਹੈ ਜੀ ਆਪਣੇ ਕੋਲ 93, ਇਹ ਸਾਹਮਣੇ ਉੱਤਰ ਦਿੱਤੇ ਹੋਏ ਆ, ਇਹਦਾ ਮਤਲਬ ਨਾ ਆਪਾਂ ਪਿੱਛੇ ਕੀ ਦੇਖ ਕੇ ਗਏ ਹਾਂ, ਅੱਛਾ ਟਰੂ ਪੋਜ਼ ਕੀਤਾ ਹੋਇਆ ਆਪਾਂ। ਹਾਂਜੀ, ਫਿਰ ਇਹਨਾਂ ਨੇ ਕਿਹਾ ਡੈਟ ਇਜ਼ ਕੁਆਲੀਟੇਟਿਵ ਕੋਰਿਲੇਸ਼ਨ ਸ਼ੋ ਰਿਲੇਸ਼ਨਸ਼ਿਪ, ਇਹ ਕੁਆਲੀਟੇਟਿਵ ਹੀ ਕੋਰਿਲੇਸ਼ਨ ਸ਼ੋ ਕਰਦਾ ਰਿਲੇਸ਼ਨਸ਼ਿਪ ਨੂੰ, ਠੀਕ ਹੈ ਜੀ। ਤੇ ਕੋਰਿਲੇਸ਼ਨ ਹੈ ਜਿਹੜਾ ਉਹ ਐਗਜ਼ਿਸਟ ਕਰਦਾ ਦੋ ਜਾਂ ਦੋ ਤੋਂ ਵੱਧ ਆਈਟਮਾਂ ਦੇ ਵਿਚਕਾਰ, ਇਹ ਸੀਗਾ। ਨੈਕਸਟ ਹੈ ਜੀ ਆਪਣੇ ਕੋਲ ਸਵਾਲ ਨੰਬਰ 93, ਕਹਿੰਦੇ ਫੋਰਮੋਸਟ ਸੋਰਸਸ ਆਫ ਐਨਰਜੀ ਇਨ ਇੰਡੀਆ, ਕਹਿੰਦੇ ਭਾਰਤ ਵਿੱਚ ਊਰਜਾ ਦਾ ਸਭ ਤੋਂ ਵੱਡਾ ਸਰੋਤ ਕੋਲਾ ਹੈ, ਬਿਲਕੁਲ ਸਹੀ ਹੈ ਜੀ। ਲੀਡਿੰਗ ਕੰਜ਼ਿਊਮਰ ਐਨਰਜੀ ਇਨ ਇੰਡੀਆ, ਠੀਕ ਹੈ ਜੀ, ਕਹਿੰਦੇ ਐਨਰਜੀ ਨੂੰ ਕੰਜ਼ਿਊਮ ਕਰਨ ਦਾ ਸਭ ਤੋਂ ਜ਼ਿਆਦਾ ਲੀਡਿੰਗ ਹੈਗਾ ਜੀ ਇੰਡਸਟਰੀਅਲ ਸੈਕਟਰ, ਠੀਕ ਹੈ ਜੀ, ਉੱਥੇ ਐਨਰਜੀ ਸਭ ਤੋਂ ਜ਼ਿਆਦਾ ਕੰਜ਼ਿਊਮ ਹੁੰਦੀ ਹੈ। ਕਿਸਾਨ ਕ੍ਰੈਡਿਟ ਸਕੀਮ ਹੈ ਜਿਹੜੀ, ਇਹ ਕਹਿੰਦੇ 1998 ਦੇ ਵਿੱਚ ਲਾਂਚ ਕੀਤੀ ਗਈ। ਕਿਸਾਨ ਕ੍ਰੈਡਿਟ ਸਕੀਮ ਮੇਰੇ ਖਿਆਲ ਦੇ ਵਿੱਚ ਇਹ ਦੇਖਣਾ ਪਊਗਾ, ਮੇਰੇ ਖਿਆਲ 'ਚ 1999 ਸੀਗਾ ਸ਼ਾਇਦ, ਠੀਕ ਹੈ, ਚੈੱਕ ਕਰ ਲਿਓ ਬੇਟਾ। ਔਰਗੈਨਿਕ ਫਾਰਮਿੰਗ ਇਜ਼ ਆਲਸੋ ਨੋਨ ਐਜ਼ ਨੈਚੁਰਲ ਫਾਰਮਿੰਗ, ਠੀਕ ਹੈ ਜੀ, ਬਿਲਕੁਲ ਸਹੀ ਹੈ, ਨੈਚੁਰਲ ਫਾਰਮਿੰਗ ਕਵਾਂਗੇ ਜਾਂ ਸਸਟੇਨੇਬਲ ਫਾਰਮਿੰਗ ਕਵਾਂਗੇ। ਸਵਾਲ ਨੰਬਰ 97, ਸ਼ਾਰਟ ਪੀਰੀਅਡ ਕ੍ਰੈਡਿਟ ਇਜ਼ ਅਵੇਲਡ ਬਾਏ ਫਾਰਮਰ ਫਾਰ ਅਪ ਟੂ, ਹਾਂਜੀ ਕਹਿੰਦੇ ਛੋਟੇ ਸਮੇਂ ਦਾ ਜਿਹੜਾ ਕ੍ਰੈਡਿਟ ਹੈ, ਅਲਪਕਾਲੀਨ ਕਰਜ਼ ਕਹਿ ਦਿੰਦੇ ਆ, ਇਹ 15 ਮਹੀਨੇ ਤੱਕ ਹੁੰਦਾ ਹੈ, ਬਿਲਕੁਲ ਸਹੀ ਹੈ। ਅੱਗੇ ਕਮਰਸ਼ੀਅਲ ਬੈਂਕ ਦਾ ਰਾਸ਼ਟਰੀਕਰਨ ਹੋਇਆ ਸੀ 1969 ਵਿੱਚ, ਬਿਲਕੁਲ ਸਹੀ ਹੈ। ਫਸਟ ਰੈਗੂਲੇਟਡ ਮਾਰਕੀਟ ਸੈਟਅਪ ਇਨ ਪੰਜਾਬ, ਹਾਂਜੀ ਪਹਿਲੀ ਜਿਹੜੀ ਨਿਯੰਤਰਣ ਜਿਹੜੀ ਮੰਡੀ ਦੀ ਸਥਾਪਨਾ ਪੰਜਾਬ ਵਿੱਚ 1941 ਵਿੱਚ ਹੋਈ ਸੀ, ਠੀਕ ਹੈ ਜੀ। ਅੱਗੇ ਹੈ ਜੀ ਆਪਣੇ ਕੋਲ ਮਨਰੇਗਾ, ਠੀਕ ਹੈ, ਇਹਦੀ ਫੁੱਲ ਫਾਰਮ ਦਿੱਤੀ ਹੋਈ ਹੈ, ਕੀ ਕਰਦੀ ਹੈ, ਟੂ ਪ੍ਰੋਵਾਈਡ ਪ੍ਰਦਾਨ ਕਰਦੀ ਹੈ ਗਰੰਟਡ ਇੰਪਲੋਇਮੈਂਟ, ਗਰੰਟੀ ਪੂਰਨ ਰੋਜ਼ਗਾਰ ਟੂ ਰੂਰਲ ਅਨਐਜੂਕੇਟਡ ਲੇਬਰ, ਠੀਕ ਹੈ ਜੀ, ਪਿੰਡਾਂ ਦੇ ਅਨਪੜ੍ਹ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਕਹਿੰਦੇ ਰੋਜ਼ਗਾਰ ਦੀ ਗਰੰਟੀ ਪ੍ਰੋਵਾਈਡ ਕਰਾਉਂਦੀ ਹੈ, ਠੀਕ ਹੈ ਜੀ। ਨੈਸ਼ਨਲ ਸੋਸ਼ਲ ਹੈਲਪ ਸਕੀਮ, ਠੀਕ ਹੈ ਜੀ, ਕਹਿੰਦੀਆਂ ਰਾਸ਼ਟਰ ਦੀਆਂ ਜਿਹੜੀਆਂ ਸੋਸ਼ਲ ਸਕੀਮਸ ਹੈਗੀਆਂ ਓਲਡ ਏਜ ਪੈਨਸ਼ਨ, ਵਿਧਵਾ ਪੈਨਸ਼ਨ, ਇਹਨਾਂ ਨੂੰ ਆਪਾਂ ਕੀ ਕਹਿੰਦੇ ਆ ਜੀ ਨੈਸ਼ਨਲ ਸੋਸ਼ਲ ਹੈਲਪ ਸਕੀਮ। ਅੱਗੇ ਹੈ ਜੀ ਆਪਣੇ ਕੋਲ BA ਅੰਬੇਦਕਰ ਆਵਾਸ ਯੋਜਨਾ, ਇਹ ਨਾ ਇੰਪੋਰਟੈਂਟ ਹੈ ਨਹੀਂ। ਸਵਾਲ ਨੰਬਰ ਹੈ ਜੀ 101, ਅਨਪਲਾਈਮੈਂਟ, ਪਤਾ ਨਹੀਂ ਕੀ ਲਿਖਿਆ ਹੋਇਆ ਜੀ ਇੱਥੇ। ਸਵਾਲ ਨੰਬਰ 102, ਟੋਟਲ ਅਮਾਊਂਟ ਆਫ, ਪਤਾ ਨਹੀਂ ਕੀ ਲਿਖਿਆ ਇਹਨਾਂ ਨੇ, ਲੇਬਰ ਸਪਲਾਈ ਉੱਤਰ ਦਿੱਤਾ। ਜਿਹੜੀ ਲੇਬਰ ਸਪਲਾਈ ਹੁੰਦੀ ਹੈ ਉਹ ਹਮੇਸ਼ਾ ਮਜ਼ਦੂਰ ਕਿਰਤ ਪੂਰਤੀ, ਇਹ ਵੇਜ ਦੇ ਨਾਲ ਇਹਦਾ ਡਾਇਰੈਕਟ ਰਿਲੇਸ਼ਨ ਹੁੰਦਾ ਹੈ। ਜਦੋਂ ਮਜ਼ਦੂਰੀ ਵੱਧਦੀ ਹੈ ਤਾਂ ਲੇਬਰ ਪੂਰਤੀ ਜਾਂ ਲੇਬਰ ਸਪਲਾਈ ਵੀ ਵੱਧਦੀ, ਬਸ ਇਹਨਾਂ ਧਿਆਨ ਰੱਖ ਲਿਓ। ਸਵਾਲ ਨੰਬਰ 103, ਟੋਟਲ ਲੇਬਰਸ ਆਰ ਰੈਡੀ ਟੂ ਆਫਰ ਐਟ ਅ ਸਪੈਸੀਫਿਕ ਵੇਜ ਰੇਸ਼ੀਓ ਇਜ਼ ਲੇਬਰ ਸਪਲਾਈ, ਇਹਦੀ ਡੈਫੀਨੇਸ਼ਨ ਆ ਲੇਬਰ ਸਪਲਾਈ ਦੀ। ਟੋਟਲ ਨੰਬਰ ਆਫ ਪਰਸਨਸ ਹੂ ਆਰ ਐਦਰ ਵਰਕਿੰਗ ਔਰ ਵਿਲਿੰਗ ਟੂ ਵਰਕ ਇਜ਼ ਨੋਨ ਐਜ਼, ਕਹਿੰਦੇ ਉਹ ਸਾਰੇ ਕਾਮੇ ਜਿਹੜੇ ਜਾਂ ਤਾਂ ਕੰਮ ਕਰ ਰਹੇ ਆ ਜਾਂ ਕੰਮ ਕਰਨ ਦੇ ਇੱਛੁਕ ਹੈ, ਉਹਨੂੰ ਆਪਾਂ ਲੇਬਰ ਫੋਰਸ ਕਹਿੰਦੇ ਆ। ਜਿਹੜੇ ਐਕਚੁਅਲ ਦੇ ਵਿੱਚ ਕੰਮ ਕਰ ਰਹੇ ਹੁੰਦੇ ਉਹਨੂੰ ਆਪਾਂ ਵਰਕ ਫੋਰਸ ਕਹਿੰਦੇ ਆ, ਠੀਕ ਹੈ ਜੀ, ਧਿਆਨ ਰੱਖ ਲੈਣਾ ਹੈ। ਸਵਾਲ ਨੰਬਰ ਹੈ ਜੀ 5, ਲੇਬਰ ਐਕਚੁਅਲੀ ਵਰਕਿੰਗ, ਠੀਕ ਹੈ, ਜਿਹੜੇ ਅਸਲ ਵਿੱਚ ਕੰਮ ਕਰ ਰਹੇ ਵਰਕਰ ਉਹਨਾਂ ਨੂੰ ਆਪਾਂ ਕੀ ਕਹਾਂਗੇ ਵਰਕ ਫੋਰਸ। ਸਵਾਲ ਨੰਬਰ 106, ਰੇਸ਼ੀਓ ਆਫ ਵਰਕ ਫੋਰਸ ਟੂ ਦੀ ਟੋਟਲ ਪਾਪੂਲੇਸ਼ਨ ਆਫ ਦੀ ਕੰਟਰੀ ਇਜ਼ ਕਾਲਡ, ਠੀਕ ਹੈ ਜੀ, ਉਹਨੂੰ ਪਾਰਟੀਸਪੇਸ਼ਨ ਰੇਟ ਕਹਿ ਦਿੰਦੇ ਆ। ਜਦੋਂ ਆਪਾਂ ਵਰਕ ਫੋਰਸ ਨੂੰ ਉੱਪਰ ਰੱਖਦੇ ਹਾਂ, ਭਾਗ ਦੇ ਦਿੰਦੇ ਹਾਂ ਆਪਾਂ ਪਾਪੂਲੇਸ਼ਨ ਦੇ, ਟੋਟਲ ਪਾਪੂਲੇਸ਼ਨ ਦੀ, ਤਾਂ ਉਹ ਕੀ ਨਿਕਲ ਆਉਂਦੀ ਹੈ ਆਪਣੇ ਕੋਲ ਪਾਪੂਲੇਸ਼ਨ ਰੇਸ਼ੀਓ ਨਿਕਲ ਆਉਂਦੀ ਹੈ, ਪਾਰਟੀਸਪੇਸ਼ਨ ਰੇਸ਼ੀਓ, ਸਹਿਭਾਗਤਾ ਦਰ ਜਿਹਨੂੰ ਕਹਿੰਦੇ ਆਪਾਂ। ਸਵਾਲ ਨੰਬਰ 107, ਇਨ ਇੰਡੀਆ ਪੂਅਰ ਐਂਡ ਆਰ ਕੈਲਕੂਲੇਟਡ ਔਨ ਦੀ ਬੇਸਿਸ ਆਫ, ਭਾਰਤ ਦੇ ਵਿੱਚ ਜਦੋਂ ਗਰੀਬਾਂ ਜਾਂ ਗਰੀਬੀ ਰੇਖਾ ਦਾ ਨਿਦਾਨ ਕਰਨ ਵਾਲੀ ਜਿਹੜੀ ਪੂਅਰ ਤੇ ਨਾਨ ਪੂਅਰ ਨੂੰ ਕੈਲਕੂਲੇਟ ਕਿਸ ਬੇਸ 'ਤੇ ਕੀਤਾ ਜਾਂਦਾ, ਉਹ ਹੈ ਜੀ ਉਪਭੋਗ ਖਰਚ ਦੇ ਆਧਾਰ 'ਤੇ, ਕੰਜ਼ੰਪਸ਼ਨ ਐਕਸਪੈਂਡੀਚਰ, ਠੀਕ ਹੈ ਜੀ। ਅੱਗੇ ਹੈ ਜੀ ਆਪਣੇ ਕੋਲ ਅਨਇਕੁਅਲ ਡਿਸਟਰੀਬਿਊਸ਼ਨ ਆਫ ਇਨਕਮ ਰਿਜ਼ਲਟ ਇਨ ਇਨਕਰੀਜ਼ ਇਨ ਪਾਵਰਟੀ, ਹਾਂਜੀ ਇਹ ਬਿਲਕੁਲ ਟਰੂ ਹੈ, ਜੇ ਆਮਦਨ ਦੀ ਵੰਡ ਅਸਮਾਨ ਹੋਏਗੀ ਤਾਂ ਗਰੀਬੀ ਦੇ ਵਿੱਚ ਵਾਧਾ ਹੋਏਗਾ, ਬਿਲਕੁਲ ਸਹੀ ਹੈ। PMRY ਏਮਡ ਟੂ ਪ੍ਰੋਵਾਈਡ ਐਮਪਲੋਇਮੈਂਟ ਟੂ ਐਜੂਕੇਟਡ ਯੂਥ, ਠੀਕ ਹੈ ਜੀ, ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ਦਾ ਉਦੇਸ਼ ਹੈ ਜਿਹੜਾ ਉਹ ਹੈ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਨਾ, ਠੀਕ ਹੈ ਜੀ, ਇਹ ਕੁਝ ਯੋਜਨਾਵਾਂ ਆ ਗਈਆਂ। ਅੱਗੇ ਹੈ ਜੀ ਆਪਣੇ ਕੋਲ ਪੀਪਲ ਹੂ ਨੈਵਰ ਮੋਰ ਆਊਟ ਆਫ ਸਟੇਟ ਆਫ ਪਾਵਰਟੀ, ਮੂਵ ਆਊਟ ਆਫ ਸਟੇਟ ਆਫ ਪਾਵਰਟੀ, ਉਹ ਲੋਕ ਜਿਹੜੇ ਕਦੇ ਵੀ, ਠੀਕ ਹੈ ਜੀ, ਗਰੀਬੀ ਦੀ ਅਵਸਥਾ ਵਿੱਚੋਂ ਬਾਹਰ ਨਹੀਂ ਆਉਂਦੇ, ਉਹਨੂੰ ਕਹਾਂਗੇ ਆਪਾਂ ਆਲਵੇਜ਼ ਪੂਅਰ, ਇੱਥੇ ਪਤਾ ਨਹੀਂ ਕਰੋਨਿਕ ਪੂਅਰ ਲਿਖਤਾ ਗਲਤ ਹੈ ਜੀ ਇਹ। ਹਾਂਜੀ ਸਵਾਲ ਨੰਬਰ 112, ਦੀ ਕੱਟ ਆਫ ਲੈਵਲ ਵਿਚ ਹੈਲਪਸ ਟੂ ਕਲਾਸੀਫਾਈ ਪੀਪਲ ਪੂਅਰ ਐਂਡ ਨਾਨ ਪੂਅਰ, ਇੱਕ ਲਾਈਨ ਜਿਹੜੀ ਕਿ ਗਰੀਬ ਤੇ ਨਾ ਗਰੀਬ ਦੇ ਵਿੱਚ ਬਣਦੀ ਹੈ ਉਹਨੂੰ ਕਹਿੰਦੇ ਪਾਵਰਟੀ ਲਾਈਨ, ਗਰੀਬੀ ਰੇਖਾ, ਠੀਕ ਹੈ ਜੀ। ਅੱਗੇ ਹੈ ਜੀ ਆਪਣੇ ਕੋਲ ਆਊਟ ਸੋਰਸਿੰਗ ਇਨ ਇੰਡੀਆ ਇਜ਼ ਐਨ ਆਊਟਕਮ ਆਫ, ਠੀਕ ਹੈ ਜੀ, ਇਹ ਪਤਾ ਨਹੀਂ ਕੀ ਕਹਿ ਰਹੇ ਆ, ਫੇਮਾ, ਹਾਂਜੀ ਫੇਮਾ ਜਿਹੜਾ ਹੈਗਾ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ, ਠੀਕ ਹੈ ਜੀ, ਪਹਿਲਾਂ ਇਹ ਫੇਰਾ ਹੁੰਦਾ ਸੀਗਾ FERA, ਠੀਕ ਹੈ ਜੀ, ਇਹ 1972-73 ਦੇ ਵਿੱਚ ਫੇਰਾ ਹੁੰਦਾ ਸੀ, ਬਾਅਦ ਵਿੱਚ ਬਦਲ ਕੇ ਇਹਨੂੰ ਫੇਮਾ ਕਰ ਦਿੱਤਾ ਗਿਆ। WTO ਦੀ ਸਥਾਪਨਾ ਹੋਈ ਸੀ 1995 ਦੇ ਵਿੱਚ 1 ਜਨਵਰੀ ਨੂੰ, ਠੀਕ ਹੈ ਜੀ। WTO ਦੀ ਫੁੱਲ ਫਾਰਮ ਹੈਗੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ, GATT ਦੇ ਸਥਾਨ 'ਤੇ ਹੋਈ ਸੀ, ਠੀਕ ਹੈ ਜੀ, ਇਹ ਵੀ ਧਿਆਨ ਰੱਖ ਲੈਣਾ। 117 ਨੰਬਰ ਸਵਾਲ, ਅੰਡਰ ਗਲੋਬਲਾਈਜੇਸ਼ਨ ਦੀ ਲਿਮਿਟ ਫॉर ਫੋਰਨ ਇਨਵੈਸਟਮੈਂਟ ਹੈਜ਼ ਬੀਨ,
ਠੀਕ ਹੈ ਜੀ। ਗਲੋਬਲਾਈਜੇਸ਼ਨ ਦੇ ਵਿੱਚ ਕਹਿੰਦੇ ਫੋਰਨ ਇਨਵੈਸਟਮੈਂਟ ਦੀ ਜਿਹੜੀ ਲਿਮਟ ਹੈ ਉਹ ਵਧੀ ਸੀ, ਇਨਕਰੀਜ਼ਡ ਹੋਈ ਸੀ, ਠੀਕ ਹੈ ਜੀ। ਵਿਦੇਸ਼ੀ ਨਿਵੇਸ਼ ਦੇ ਵਿੱਚ ਵਾਧਾ ਹੋਇਆ ਸੀ। ਅੱਗੇ ਹੈ ਜੀ ਇਕਨੋਮਿਕ ਰਿਫਾਰਮਸ ਜਿਹੜੀ ਹੈਗੀ ਹੈ ਪਾਲਿਸੀ ਹੈ ਕਦੋਂ ਲਾਂਚ ਹੋਈ ਸੀ? 24 ਜੁਲਾਈ 1991 ਨੂੰ। ਨਵੀਂ ਆਰਥਿਕ ਨੀਤੀ 24 ਜੁਲਾਈ 1991 ਨੂੰ। ਅੱਗੇ ਹੈ ਜੀ ਸਵਾਲ ਨੰਬਰ 119, ਐਟ ਪ੍ਰੈਜ਼ੈਂਟ ਇਨ ਇੰਡੀਆ ਡੈਸ਼ ਲਾਰਜੈਸਟ ਇਕੋਨਮੀ ਹੈ ਜੀ, 5ਵੇਂ ਨੰਬਰ ਦੀ ਭਾਰਤ ਜਿਹੜੀ ਅਰਥ ਵਿਵਸਥਾ ਬਣਿਆ ਹੋਇਆ ਹੈ, ਠੀਕ ਹੈ ਜੀ। ਅੱਗੇ ਹੈ ਜੀ 1969 ਦੇ ਵਿੱਚ MRTP ਐਕਟ ਸੀਗਾ, ਇਹਨੂੰ ਰਿਪਲੇਸ ਕਰ ਦਿੱਤਾ ਸੀ 2002 ਦੇ ਵਿੱਚ ਕੰਪੀਟੀਸ਼ਨ ਐਕਟ ਦੇ ਵਿੱਚ। ਹਾਂਜੀ ਬਿਲਕੁਲ ਸਹੀ ਹੈ, ਠੀਕ ਹੈ। ਮੈਂ ਪਹਿਲਾਂ ਤੁਹਾਨੂੰ ਗਲਤ ਦੱਸ ਗਿਆ ਸੀਗਾ ਉੱਪਰ, ਠੀਕ ਹੈ ਜੀ। ਸ਼ੁਰੂਆਤ ਦੇ ਵਿੱਚ ਸਵਾਲ ਸੀਗੇ ਸ਼ਾਇਦ ਮੈਨੂੰ ਲੱਗਦਾ। ਕੰਪੀਟੀਸ਼ਨ ਪ੍ਰਤੀਯੋਗਤਾ ਜਿਹੜਾ ਐਕਟ ਹੈ 2002 ਦੇ ਵਿੱਚ ਆਇਆ ਸੀਗਾ, MRTP ਐਕਟ 1969 ਨੂੰ ਸਮਾਪਤ ਕਰਕੇ। ਐਟ ਪ੍ਰੈਜ਼ੈਂਟ 5 ਇੰਡਸਟਰੀਜ਼, 5 ਇੰਡਸਟਰੀਆਂ ਜਿਨ੍ਹਾਂ ਦੇ ਲਈ ਲਾਇਸੈਂਸ ਲੈਣਾ ਜ਼ਰੂਰੀ ਹੈ। ਹਾਂਜੀ 122 ਨੰਬਰ ਸਵਾਲ। ਹਾਂਜੀ ਇਹਦੇ ਵਿੱਚ ਹੈ ਜੀ ਐਗਰੀਕਲਚਰ ਸਰਪਲਸ, ਠੀਕ ਹੈ। ਦੱਸਣਾ ਵੀ ਉਹ ਉਪਜਾਊ ਹਿੱਸਾ ਜਿਹੜਾ ਕਿਸਾਨਾਂ ਦਾ ਕੋਲ ਵੱਧ ਜਾਂਦਾ ਆਪਣੇ ਉਪਭੋਗ ਤੋਂ ਬਾਅਦ ਵੀ ਉਹਨੂੰ ਕਹਿੰਦੇ ਨੇ ਐਗਰੀਕਲਚਰ ਸਰਪਲਸ। ਸਵਾਲ ਨੰਬਰ 123, ਐਵਰਗ੍ਰੀਨ ਰੈਵੋਲੂਸ਼ਨ ਇਨ ਇੰਡੀਆ ਹੈਜ਼ ਬੀਨ ਗਿਵਨ ਬਾਏ ਡਾਕਟਰ MS ਸਵਾਮੀਨਾਥਨ। ਹਾਂਜੀ ਗੱਲ ਹੋ ਰਹੀ ਹੈ ਗ੍ਰੀਨ ਹਰੀ ਕ੍ਰਾਂਤੀ ਦੀ, ਉਹ ਭਾਰਤ ਦੇ ਵਿੱਚ ਉਹਦਾ ਜਨਮ ਕਿਹਾ ਜਾਂਦਾ ਡਾਕਟਰ MS ਸਵਾਮੀਨਾਥਨ ਨੂੰ। ਸਵਾਲ ਨੰਬਰ 124, ਵਿਚ 5 ਈਅਰ ਪਲਾਨ ਵਾਜ਼ ਦੀ ਲਾਸਟ 5 ਈਅਰ ਪਲਾਨ। ਦੱਸਣਾ ਵੀ ਕਿਹੜੀ 5 ਸਾਲਾ ਯੋਜਨਾ ਆਖਰੀ 5 ਸਾਲਾ ਯੋਜਨਾ ਸੀ? ਉਹ ਸੀ 12ਵੀਂ 5 ਸਾਲਾ ਯੋਜਨਾ, ਜਿਹਦਾ ਟਾਈਮ ਪੀਰੀਅਡ ਸੀਗਾ 2012 ਤੋਂ 2017 ਤੱਕ। ਅਗਲਾ ਜੀ 125 ਨੰਬਰ ਸਵਾਲ, ਪਲਾਨਿੰਗ ਕਮਿਸ਼ਨ ਭਾਰਤ ਵਿੱਚ ਕਦੋਂ ਸਥਾਪਨਾ ਹੋਈ ਸੀ? 1950 ਦੇ ਵਿੱਚ। 126ਵਾਂ, ਐਕਸ ਆਫਿਸਿਓ ਚੇਅਰਮੈਨ ਆਫ ਨੀਤੀ ਆਯੋਗ ਦਾ ਜਿਹੜਾ ਚੇਅਰਮੈਨ ਦੱਸਣਾ ਕੌਣ ਹੁੰਦਾ? ਉਹ ਪ੍ਰਾਈਮ ਮਿਨਿਸਟਰ ਹੁੰਦਾ ਦੇਸ਼ ਦਾ। ਸਵਾਲ ਨੰਬਰ 127, ਫੇਵਰੇਬਲ ਬੈਲੈਂਸ ਆਫ ਟ੍ਰੇਡ ਕਹਿੰਦੇ ਦੱਸਣਾ ਹੈ ਵੀ ਵਪਾਰ ਬਾਕੀ ਕਦੋਂ ਅਨੁਕੂਲ ਹੁੰਦਾ? ਜਦੋਂ ਐਕਸਪੋਰਟ ਜ਼ਿਆਦਾ ਹੋਣ ਇੰਪੋਰਟ ਨਾਲੋਂ, ਨਿਰਯਾਤ ਵੱਧ ਹੋਣ ਆਯਾਤ ਨਾਲੋਂ। ਸਵਾਲ ਨੰਬਰ 128, ਹਾਂਜੀ 128 ਦੇ ਵਿੱਚ ਪੁੱਛਿਆ ਗਿਆ ਇੰਟਰਨੈਸ਼ਨਲ ਮੋਨੀਟਰੀ market, international money market exchange rate refers to dash of one country in term of the another country। ਹਾਂਜੀ refers to ਹੈਗਾ ਜੀ ਪ੍ਰਾਈਸ, exchange rate refers to ਪ੍ਰਾਈਸ। ਜਦੋਂ ਵੀ ਆਪਾਂ ਇੰਟਰਨੈਸ਼ਨਲ ਮਾਰਕੀਟ ਦੀ ਗੱਲ ਕਰਨੀ ਹੈ ਤਾਂ ਉਦੋਂ ਐਕਸਚੇਂਜ ਰੇਟ ਵਟਾਂਦਰਾ ਦਰ ਦਾ ਮਤਲਬ ਹੈਗਾ ਕੀਮਤਾਂ ਤੋਂ ਹੈ, ਠੀਕ ਹੈ ਜੀ। ਅਗਲਾ ਹੈ ਜੀ 130 ਨੰਬਰ ਸਵਾਲ, ਨੇਮ 2 ਡਾਇਰੈਕਟ ਟੈਕਸ, 2 ਪ੍ਰਤੱਖ ਕਰਾਂ ਦੇ ਨਾਂ ਦੱਸਣੇ ਆ ਆਪਾਂ। ਇਨਕਮ ਟੈਕਸ ਹੋ ਗਿਆ, ਕਸਟਮ ਡਿਊਟੀ ਬਿਲਕੁਲ ਗਲਤ ਲਿਖਿਆ ਹੋਇਆ, ਇਨਕਮ ਟੈਕਸ, ਪ੍ਰੋਪਰਟੀ ਟੈਕਸ, ਡੈਥ ਟੈਕਸ, ਗਿਫਟ ਟੈਕਸ, ਕਾਰਪੋਰੇਟ ਟੈਕਸ, ਇਹ ਸਾਰੇ ਡਾਇਰੈਕਟ ਟੈਕਸ ਹੈ। ਅੱਗੇ 2 ਇਨਡਾਇਰੈਕਟ ਟੈਕਸ, ਹਾਂਜੀ ਇੱਥੇ ਆਏਗਾ ਐਕਸਾਈਜ਼ ਡਿਊਟੀ, ਠੀਕ ਹੈ ਜੀ। GST ਉੱਪਰ ਕਸਟਮ ਡਿਊਟੀ ਦਿੱਤੀ ਹੋਈ, ਸੌਰੀ ਕਸਟਮ ਡਿਊਟੀ ਵੀ ਆਪਾਂ ਲੈ ਲਾਂਗੇ ਡਾਇਰੈਕਟ ਟੈਕਸ ਦੇ ਵਿੱਚ। GST, ਸੇਲਜ਼ ਟੈਕਸ, ਰੋਡ ਟੈਕਸ, ਇੰਟਰਟੇਨਮੈਂਟ ਟੈਕਸ, ਇਹ ਸਾਰੇ ਕੀ ਹੈ? ਇਨਡਾਇਰੈਕਟ ਟੈਕਸ। ਸਵਾਲ ਨੰਬਰ 132, ਪੇਮੈਂਟ ਆਫ ਟੈਕਸ ਇਜ਼ ਲੀਗਲੀ ਕੰਪਲਸਰੀ। ਹਾਂਜੀ ਟੈਕਸ ਦਾ ਭੁਗਤਾਨ ਕਾਨੂੰਨੀ ਤੌਰ 'ਤੇ ਜ਼ਰੂਰੀ ਹੈ, ਬਿਲਕੁਲ ਟਰੂ ਹੈ ਜੀ। ਟੈਕਸ ਇਜ਼ ਵਲੰਟਰੀ, ਕੰਪਲਸਰੀ ਐਂਡ ਲੀਗਲ ਪੇਮੈਂਟ, ਠੀਕ ਹੈ ਜੀ। ਹਾਂਜੀ ਇਹਦੇ ਵਿੱਚ ਆਉਣਾ ਸੀ ਟੈਕਸ ਜਿਹੜਾ ਉਹ ਜ਼ਰੂਰੀ ਅਤੇ ਲਾਜ਼ਮੀ ਅਤੇ ਕਾਨੂੰਨੀ ਭੁਗਤਾਨ ਹੈ। ਸਵਾਲ ਨੰਬਰ 134, ਅ ਟੈਕਸ ਵਿਚ ਕੈਨ ਬੀ ਸ਼ਿਫਟਡ ਔਨ ਅਦਰ ਇਜ਼ ਕਾਲਡ, ਉਹ ਟੈਕਸ ਜਿਹੜਾ ਜਿਸ ਦਾ ਭਾਰ ਦੂਜੇ 'ਤੇ ਤਬਦੀਲ ਕੀਤਾ ਜਾਂਦਾ ਹੈ ਉਹਨੂੰ ਇਨਡਾਇਰੈਕਟ ਟੈਕਸ ਜਾਂ ਅਪ੍ਰਤੱਖ ਕਰ ਕਿਹਾ ਜਾਂਦਾ ਹੈ। ਸਵਾਲ ਨੰਬਰ 135, ਟੈਕਸ ਵਿਚ ਇਜ਼ ਰੈਲੀ ਪੇਡ ਬਾਈ ਪਰਸਨ ਔਨ ਹੋਮ ਇਟ ਇਜ਼ ਲੀਗਲੀ ਇੰਪੋਜ਼ਡ ਇਜ਼ ਕਾਲਡ, ਉਹ ਟੈਕਸ ਜਿਹੜਾ ਜਿਸ ਵਿਅਕਤੀ 'ਤੇ ਲਗਾਇਆ ਉਸੇ ਨੂੰ ਉਸ ਦਾ ਭੁਗਤਾਨ ਕਰਨਾ ਪਵੇ ਉਸ ਨੂੰ ਆਪਾਂ ਕਹਿੰਦੇ ਹਾਂ ਪ੍ਰਤੱਖ ਕਰ ਡਾਇਰੈਕਟ ਟੈਕਸ। ਸਵਾਲ ਨੰਬਰ ਹੈ ਜੀ ਆਪਣੇ ਕੋਲ 135, ਬਾਏ ਹੋਮ ਇਜ਼ 1 ਰੁਪੀਜ਼ ਨੋਟ ਇਜ਼ ਇਸ਼ੂਡ। ਦੱਸਣਾ ਕਿਸ ਦੁਆਰਾ 1 ਰੁਪਏ ਦਾ ਨੋਟ ਜਾਰੀ ਕੀਤਾ ਜਾਂਦਾ ਹੈ? ਉਹ ਕੀਤਾ ਜਾਂਦਾ ਗੌਰਮੈਂਟ ਆਫ ਇੰਡੀਆ ਦੇ ਫਾਈਨੈਂਸ ਡਿਪਾਰਟਮੈਂਟ ਵੱਲੋਂ। ਸਵਾਲ ਨੰਬਰ 136, ਐਕਸਪਲੇਨ ਵਾਟਰ ਸਿਸਟਮ ਡਬਲ ਕੋਇਨਸੀਡੈਂਸ ਆਫ ਵਾਂਟਸ, ਠੀਕ ਹੈ ਪਤਾ ਨਹੀਂ ਕੀ ਲਿਖਿਆ ਹੋਇਆ ਇਹਨਾਂ ਨੇ। ਸਵਾਲ ਨੰਬਰ 137, ਐਕਸੈਸ ਡਿਮਾਂਡ, ਹਾਂਜੀ ਕਹਿੰਦੇ ਜਿਹੜੀ ਵਾਧੂ ਮੰਗ ਹੈ ਉਹ ਕੀਮਤਾਂ ਵਿੱਚ ਹਾਈ ਕਰਦੀ ਹੈ, ਹਾਈ ਪ੍ਰਾਈਸ ਦਾ ਕਾਰਨ ਬਣਦੀ ਹੈ, ਬਿਲਕੁਲ ਸਹੀ ਹੈ। ਰਿਜ਼ਲਟ ਲਿਖਿਆ ਹੋਇਆ ਇੱਥੇ ਮੈਨੂੰ ਲੱਗਦਾ 138 MPC ਹਾਈ ਕੇ ਆਲਸੋ ਹਾਈ, ਜਦੋਂ MPC ਜ਼ਿਆਦਾ ਹੈ ਹਾਇਰ ਹੈ ਤਾਂ ਕੇ ਦਾ ਮੁੱਲ ਵੀ ਜ਼ਿਆਦਾ ਹੋਵੇਗਾ, ਇਹ ਬਿਲਕੁਲ ਸਹੀ ਹੈ। 139 MPC ਤੇ MPS ਦਾ ਜੋੜ 1 ਹੁੰਦਾ ਹੈ, ਇਹ ਵੀ ਬਿਲਕੁਲ ਸਹੀ ਹੈ। MPS ਤੇ MPC ਦਾ ਜੋੜ 1 ਹੁੰਦਾ ਹੈ, ਠੀਕ ਹੈ ਜੀ। K = 1/MPC ਹੁੰਦਾ ਹੈ, K = ਡੈਲਟਾ Y ਬਟਾ ਡੈਲਟਾ I, K = 1/MPS, ਠੀਕ ਹੈ ਜੀ। ਇਹ ਸਾਰੇ ਫਾਰਮੂਲੇ ਦਿੱਤੇ ਹੋਏ ਆ ਅਤੇ ਉਮੀਦ ਕਰਦੇ ਹਾਂ ਵੀ ਤੁਹਾਨੂੰ ਅੱਜ ਦਾ ਇਹ ਸੈਸ਼ਨ ਹੈ ਜਿਹੜਾ ਸ਼ਾਂਤੀ ਗੈਸ ਪੇਪਰ ਬਹੁਤ ਵਧੀਆ ਲੱਗਿਆ ਹੋਵੇਗਾ। ਬਹੁਤ ਕੁਝ ਇਹਦੇ ਵਿੱਚ ਨਵਾਂ ਤੁਹਾਨੂੰ ਜਾਣਨ ਨੂੰ ਮਿਲਿਆ ਹੋਵੇਗਾ। ਸਾਰੇ ਬੱਚਿਆਂ ਨੂੰ ਅੱਜ ਦੇ ਪੇਪਰ ਦੇ ਲਈ ਬੈਸਟ ਵਿਸ਼ੇਸ, ਬੈਸਟ ਆਫ ਲੱਕ ਅਤੇ ਬਹੁਤ ਬਹੁਤ ਧੰਨਵਾਦ।